श्री वाहिगुरु साहिब जीओ। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। भाग ठड़े हर संत तुम्हारे, जिन घर धन हर नामा। प्रवान गणी सेई एह आए, सफल तिना के कामा। मेरे राम हर जन कै हों बल जाई, केसा का कर चवर टुलावा। चरण धूड़ मुख लाई, बेसुमार अथाह अगणत अतुलै। ज्यों बुलावो त्यों नानक दास बोलै। बाणी गुरु गुरु है बाणी, विच बाणी अमृत सारे। गुरबाणी कहै सेवक जन मानै, परतख गुरु निस्तारे। सतनाम वाहिगुरु साहिब जीओ। नमस्तस्त देवै नमस्तं अपेवै, नमस्तं अजन्मे नमस्तं सुबानमे। नमस्तस्त देवै। पतित पावन भगत वत्सल किरपा निधान, दसां पातशाहियां दी जोत। चवर छतर दे तख्त दे मालक साहिब श्री गुरु ग्रंथ ਸਾਹਿਬ जी महाराज, सतगुरां दी पावन पवित्र हजूरी अंदर जुड़ बैठी गुरु रूह खालसा साध संगत जीओ। ਸਰਬੱਤ ਸੰਗਤ ਸਿਨਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਸੂਸਾਂ ਵਾਲੇ, ਤਿਨਾਂ ਦੀ ਸੇਵਾ ਜੋ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਿਭਾ ਰਹੇ ਹਨ। ਐਸੇ ਮਹਾਨ ਪਵਿੱਤਰ ਸਥਾਨ, ਬ੍ਰਹਮ ਗਿਆਨੀ ਮਹਾਤਮਾ ਸੰਤਾਂ ਸਾਧੂਆਂ ਦਾ ਪਵਿੱਤਰ ਸਥਾਨ, ਜਿੱਥੇ ਸਤਿਗੁਰੂ ਜੀ ਦੀ ਬਰਕਤ ਪ੍ਰਤੱਖ ਦੇਖਣ ਨੂੰ ਮਿਲਦੀ ਹੈ। ਜਿੰਨੀ ਵੀ ਕੋਈ ਭਾਵਨਾ ਲੈ ਕੇ ਇੱਥੇ ਆਉਂਦਾ ਹੈ, ਅਰਦਾਸ ਬੇਨਤੀ ਕਰਦਾ ਹੈ, ਉਹਦੀ ਭਾਵਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਂਪੁਰਸ਼ ਪੂਰੀ ਕਰਦੇ ਹਨ। ਐਸੇ ਮਹਾਨ ਪਵਿੱਤਰ ਸਥਾਨ ਦੇ ਚਰਨ ਧੂੜ ਪਰਸਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਂਪੁਰਖਾਂ ਦੇ ਹੁਕਮ ਅਨੁਸਾਰ ਸ੍ਰੀ ਜਾਪ ਸਾਹਿਬ ਜੀ ਦੀ ਪਵਿੱਤਰ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ, ਆਪ ਸੰਗਤਾਂ ਨੇ ਕਿਰਪਾ ਕਰਕੇ 20 ਪੌੜੀਆਂ ਤੱਕ ਕਥਾ ਸੰਪੂਰਨ ਕਰਵਾਈ ਹੈ। ਭੁਜੰਗ ਪ੍ਰਿਆਦ ਛੰਦ
ਤੱਕ 20 ਪੌੜੀਆਂ ਹੋ ਚੁੱਕੀਆਂ ਹਨ। 21ਵੀਂ ਪੌੜੀ ਦੇ ਵਿੱਚ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਹੋਏ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਸੁਣਨ ਦਾ ਯਤਨ ਕਰੋ ਜੀ। ਸਤਿਗੁਰੂ ਜੀ ਫਰਮਾ ਰਹੇ ਹਨ, ਵਾਹਿਗੁਰੂ ਜੀ ਨਮਸਤਸਤ ਦੇਵੈ। ਨਮਸਤਸਤ ਪਿੱਛੇ ਸ਼ਬਦ ਆਏ ਨੇ ਨਮੋ ਜਾਂ ਨਮਸਤੰ। ਹੁਣ ਇੱਥੇ ਸ਼ਬਦ ਆਇਆ ਹੈ ਨਮਸਤਸਤ। 3 ਸ਼ਬਦ ਬਣਦੇ ਨੇ ਸੰਧੀ ਵਿਛੇਦ ਕਰਕੇ, ਨਮਸ, ਤਾ ਤੇ ਅਸਤ। ਨਮਸ ਦਾ ਭਾਵ ਹੈ ਨਮਸਕਾਰ, ਤਾ ਦਾ ਭਾਵ ਮਹਾਂਪੁਰਸ਼ ਲੈਂਦੇ ਨੇ ਤੈਨੂੰ ਜਾਂ ਆਪ ਜੀ ਨੂੰ, ਵਾਹਿਗੁਰੂ ਜੀ ਨੂੰ। ਅਸਤ ਮੈਨੇ ਹੋਵੇ ਅਸਤੂ। ਤਾਂ ਵਾਹਿਗੁਰੂ ਨੂੰ ਅਸੀਂ ਨਮਸ, ਨਮਸਕਾਰ, ਅਸਤ ਕਰਦੇ ਹਾਂ ਕਿਉਂਕਿ ਉਹ ਸਭ ਨੂੰ ਦੇਵੈ, ਦਾਤਾਂ ਦੇਣ ਵਾਲਾ ਹੈ, ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ। ਆਪਾਂ ਪੜ੍ਹਦੇ ਵੀ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਇਹ ਫਰਮਾਨ ਆਉਂਦਾ ਹੈ, ਸਭ ਜਗ ਤੇਰਾ ਤੂੰ ਏਕੋ ਦਾਤਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਇੱਛਾ ਪੂਰਕ ਸਰਬ ਸੁਖ ਦਾਤਾ ਹਾਰ। 10ਵੇਂ ਪਾਤਸ਼ਾਹ ਵੀ ਫਰਮਾਉਂਦੇ ਨੇ, ਦੂਧ ਪੂਤ ਕੇ ਦਵਈਆ, ਰੋਗ ਸੋਖ ਕੇ ਮਿਟਈਆ, ਕਿਦੋ ਮਾਨੀ ਮਹਾਮਾਨ ਹੋ। ਤਾਂ ਸਭ ਨੂੰ ਦੇਣ ਵਾਲਾ ਹੈ ਦਾਤਾ। ਤਾਂ ਨਮਸ, ਨਮਸਕਾਰ, ਅਸਤ ਹੈ ਵਾਹਿਗੁਰੂ ਨੂੰ ਦੋਵੇਂ ਹੱਥ ਜੋੜ ਕੇ। ਦੇਣ ਵਾਲਾ ਤੇ ਸਾਰਿਆਂ ਨੂੰ ਪਰਮਾਤਮਾ ਹੀ ਹੈ, ਵਾਹਿਗੁਰੂ ਪਰਮੇਸ਼ਰ ਹੀ ਹੈ। ਪਰ ਸਿੱਖ ਪੰਥ ਦੇ ਵਿੱਚ ਇੱਕ ਬੜੀ ਵੱਡੀ ਬਰਕਤ ਦਿੱਤੀ ਹੈ, ਦਿੰਦਾ ਤੇ ਸਾਰਿਆਂ ਨੂੰ ਰੱਬ ਹੀ ਹੈ, ਪਰ ਉਸ ਦਿੱਤੇ 'ਚੋਂ ਅੱਗੇ ਵੰਡ ਕੇ ਖਾਣ ਦੀ ਜਿਹੜੀ ਬਰਕਤ ਹੈ, ਬਖਸ਼ਿਸ਼ ਹੈ, ਮਰਿਆਦਾ ਹੈ, ਇਹ ਵੰਡ ਕੇ ਖਾਣ ਵਾਲੀ ਮਰਿਆਦਾ ਸਿਰਫ ਸਿੱਖਾਂ ਨੂੰ ਹੀ ਦਿੱਤੀ ਹੈ। ਭਾਵੇਂ ਕਿ ਦਿੰਦਾ ਤੇ ਉਹ ਸਭ ਨੂੰ ਹੀ ਹੈ, ਮੁਸਲਮਾਨਾਂ ਨੂੰ ਵੀ ਦਿੰਦਾ ਹੈ, ਹਿੰਦੂਆਂ ਨੂੰ ਵੀ ਦਿੰਦਾ ਹੈ, ਈਸਾਈਆਂ ਨੂੰ ਵੀ ਦਿੰਦਾ ਹੈ। ਇਹ ਬੜੀ ਵੱਡੀ ਬਰਕਤ ਸਤਿਗੁਰੂ ਨੇ ਸਿੱਖਾਂ ਨੂੰ ਦਿੱਤੀ ਹੈ। ਅੱਜ ਕਿਸਾਨ ਸੰਘਰਸ਼ ਬੜਾ ਜ਼ੋਰ ਸ਼ੋਰ ਤੇ ਚੱਲ ਰਿਹਾ ਹੈ, ਉਹਦੇ ਵਿੱਚ ਸਿੱਖ ਧਰਮ ਦਾ ਬਹੁਤ ਵੱਡਾ ਸਤਿਕਾਰ ਦੁਨੀਆ ਦੇ ਸਾਹਮਣੇ ਆਇਆ ਹੈ। ਇੰਨਾ ਪ੍ਰਚਾਰ ਸਾਡੇ ਪ੍ਰਚਾਰਕ ਨਹੀਂ ਕਰ ਸਕੇ ਜਿੰਨਾ ਪ੍ਰਚਾਰ ਸਿੱਖਾਂ ਦੀ ਕਰਨੀ, ਸਿੱਖਾਂ ਦਾ ਸੁਭਾਅ, ਸਿੱਖਾਂ ਨੂੰ ਜਿਹੜੇ ਸਤਿਗੁਰੂ ਜੀ ਨੇ ਗੁਣ ਦਿੱਤੇ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਨਾਮ ਜਪਣਾ, ਵੰਡ ਕੇ ਛਕਣਾ, ਕਿਰਤ ਕਰਨੀ, ਇਹਨਾਂ ਗੁਣਾਂ ਕਰਕੇ ਹੋਇਆ। ਆਪ ਜੀ ਹੈਰਾਨ ਹੋਵੋਗੇ, ਸਾਰੀ ਦੁਨੀਆ ਨੂੰ ਸਿੱਖ ਧਰਮ ਦਾ ਪ੍ਰਚਾਰ ਕਿਸਾਨ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਿਆ। ਇਨਸਾਨੀਅਤ, ਪਿਆਰ, ਵਿਸ਼ਵਾਸ, ਦ੍ਰਿੜਤਾ, ਹੱਕ ਆਪਦਾ ਲੈਣਾ ਹੈ ਤੇ ਹੱਕ ਦੇ ਨਾਲ ਨਾਲ ਈਸ਼ਵਰ ਨੂੰ ਨਹੀਂ ਭੁੱਲਣਾ, ਪਰਮਾਤਮਾ 'ਚ ਵੀ ਯਕੀਨ ਰੱਖਣਾ ਹੈ, ਕਥਾ ਕੀਰਤਨ ਸੰਗਤ ਵੀ ਕਰਨੀ ਹੈ ਤੇ ਫਿਰ ਵੰਡ ਕੇ ਛਕਣਾ ਹੈ। ਇਹਦਾ ਜਿਉਂਦਾ ਜਾਗਦਾ ਸਬੂਤ ਕਿਸਾਨ ਅੰਦੋਲਨ ਹੈ। ਤੁਸੀਂ ਹੈਰਾਨ ਹੋਵੋਗੇ ਵੀ ਅੰਦੋਲਨ ਤੇ ਹੋਰ ਵੀ ਬੜੇ ਹੁੰਦੇ ਆ, ਪਰ ਉਹਨਾਂ ਅੰਦੋਲਨਾਂ ਦੇ ਵਿੱਚ ਤੁਸੀਂ ਦੇਖੋਗੇ ਰੇਲਾਂ ਸੜਦੀਆਂ ਨੇ, ਬੱਸਾਂ ਸੜਦੀਆਂ ਨੇ, ਦੁਕਾਨਾਂ ਲੁੱਟੀਆਂ ਜਾਂਦੀਆਂ ਨੇ, ਪਰ ਇੱਕ ਵੱਖਰੀ ਕਿਸਮ ਦਾ ਅੰਦੋਲਨ ਹੈ ਕਿ ਨਾ ਤੇ ਕੋਈ ਬੱਸ ਸੜੀ ਹੈ, ਨਾ ਕੋਈ ਰੇਲ ਸੜੀ ਹੈ, ਨਾ ਕਿਸੇ ਦੀ ਦੁਕਾਨ ਲੁੱਟੀ ਹੈ, ਨਾ ਕਿਸੇ ਦਾ ਘਰ ਸਾੜਿਆ ਹੈ, ਨਾ ਕਿਸੇ ਦੀ ਧੀ ਭੈਣ ਨੂੰ ਹੱਥ ਲਾਇਆ ਕਿਸੇ ਨੇ।
ਮਾਤਾਵਾਂ ਭੈਣਾਂ ਲੰਗਰ ਬਣਾ ਰਹੀਆਂ ਨੇ, ਭਾਈ ਵਰਤਾ ਰਹੇ ਨੇ, ਵੰਡ ਕੇ ਛਕ ਰਹੇ ਨੇ। ਇਹ ਸ਼ੁਭ ਗੁਣ ਕਿਹਨੇ ਦਿੱਤੇ ਨੇ? ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, 10 ਪਾਤਸ਼ਾਹੀਆਂ ਨੇ ਦਿੱਤੇ। ਇਸ ਕਰਕੇ ਦਿੰਦਾ ਤੇ ਚਲੋ ਸਾਰਿਆਂ ਨੂੰ ਹੀ ਵਾਹਿਗੁਰੂ ਹੈ, ਤੇ ਜਦੋਂ ਦਾ ਸੰਸਾਰ ਬਣਿਆ ਦੇ ਹੀ ਰਿਹਾ ਹੈ, ਤੇ ਅੱਗੇ ਵੀ ਦੇਣਾ ਹੈ। ਦਿੰਦਾ ਦੇ, ਲੈਂਦੇ ਥੱਕ ਪਾਹੇ। ਪਰ ਜਿਹੜੀ ਵੰਡ ਕੇ ਛਕਣ ਦੀ ਰਸਮ ਹੈ, ਮਰਿਆਦਾ ਹੈ, ਇਸ ਮਰਿਆਦਾ ਨੇ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਦਿਵਾਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤਾਂ ਮੇਰੀ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ ਕਿ ਸਭ ਨੂੰ ਦੇਣ ਵਾਲਾ ਹੈ। ਜਾਂ ਦੇਵੇ ਦਾ ਅਰਥ ਹੁੰਦਾ ਪੂਜਣ ਯੋਗ, ਜਿਹਦੀ ਪੂਜਾ ਕੀਤੀ ਜਾਵੇ। ਤੇ ਗੁਰਬਾਣੀ ਨੇ ਮੰਨਿਆ ਹੈ ਅਚੁੱਤ ਪੂਜਾ ਯੋਗ ਗੋਪਾਲ। ਪੂਜਾ ਦੇ ਯੋਗ ਵਾਹਿਗੁਰੂ ਪਰਮੇਸ਼ਰ ਹੀ ਹੈ। ਸਰਗੁਣ ਸਰੂਪ ਦੇ ਵਿੱਚ ਵਾਹਿਗੁਰੂ ਜੀ ਦੀ ਪੂਜਾ ਹੁੰਦੀ ਹੈ। ਨਿਰਗੁਣ ਸਰੂਪ ਦੇ ਵਿੱਚ ਨਾਮ ਹੀ ਜਪਣਾ ਹੀ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਹੈ। ਤਾਂ ਦੇਵ ਦਾ ਅਰਥ ਹੋਇਆ ਪੂਜਣ ਯੋਗ। ਤਾਂ ਪੂਜਣ ਯੋਗ ਕੌਣ ਹੈ? ਤਾਂ ਮਹਾਰਾਜ ਕਹਿੰਦੇ ਆ ਅਚੁੱਤ ਪੂਜਾ ਯੋਗ ਗੋਪਾਲ। ਇੱਕ ਵਾਹਿਗੁਰੂ ਪਰਮੇਸ਼ਰ ਹੀ ਪੂਜਾ ਦੇ ਯੋਗ ਹੈ। ਜਾਂ ਮਹਾਂਪੁਰਸ਼ ਅਰਥ ਕਰਦੇ ਨੇ ਨਮਸਤਸਤ ਦੇਵੈ। ਦੇਵੈ ਦਾ ਅਰਥ ਹੁੰਦਾ ਪ੍ਰਕਾਸ਼ ਰੂਪ, ਪ੍ਰਕਾਸ਼ ਦਾ ਸੋਮਾ, ਪ੍ਰਕਾਸ਼ ਸਰੂਪ। ਜਿਹੜਾ ਵਾਹਿਗੁਰੂ ਪ੍ਰਕਾਸ਼ ਸਰੂਪ ਹੈ, ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਾਰਾਜ ਜੀ ਕਹਿੰਦੇ ਮੇਰੀ ਨਮਸਕਾਰ ਤਾਂ ਹੈ ਕਿ ਉਹ ਪ੍ਰਕਾਸ਼ ਰੂਪ ਹੈ। ਨਮਸਤਸਤ ਦੇਵੈ। ਹੁਣ 10ਵੇਂ ਪਾਤਸ਼ਾਹ ਇਸ ਗੱਲ ਨੂੰ ਬੜਾ ਪ੍ਰੋੜਤਾ ਨਾਲ ਲਿਖਦੇ ਨੇ, ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ। ਉਹ ਪੂਰਨ ਪ੍ਰਕਾਸ਼ ਰੂਪ ਹੈ। ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ। ਮਹਾਰੂਪ ਹੂ ਕੀ ਰਾਸੀ ਹੈ, ਅਨਾਸੀ ਕਹਿ ਕੇ ਮਾਨੀਏ। ਜੰਤਰ ਹੂ ਨਾ ਜਾਤ ਜਾ ਕੀ, ਬਾਪ ਹੂ ਨਾ ਮਾਏ ਤਾ ਕੀ। ਪੂਰਨ ਪ੍ਰਭਾ ਸੋ ਛਟਾ ਕੈ ਅਨੁਮਾਨੀਏ। ਤਾਂ ਜਿਹੜਾ ਪ੍ਰਕਾਸ਼ ਸਰੂਪ ਵਾਹਿਗੁਰੂ ਹੈ, ਉਹ ਪ੍ਰਕਾਸ਼ ਸਰੂਪ ਹੈ, ਤਾਂ ਨਮਸਕਾਰ ਅਸਤ ਹੈ। ਉਹ ਦਾਤਾ ਦੇਣ ਵਾਲਾ ਹੈ, ਤਾਂ ਨਮਸਕਾਰ ਅਸਤ ਹੈ। ਤਾਂ ਐਸੇ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮਸਤੰ ਅਭੇਵੈ। ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ ਜਿਹੜਾ ਭੇਦ ਤੋਂ ਰਹਿਤ ਹੈ। ਨਮਸਤੰ ਅਭੇਵੈ, ਜਿਹਦੇ ਵਿੱਚ ਕੋਈ ਭੇਦ ਨਹੀਂ, ਫਰਕ ਨਹੀਂ। ਵਿਦਵਾਨਾਂ ਨੇ ਸਜਾਤੀ ਵਿਜਾਤੀ ਸਵੈਗਤ ਭੇਦ ਮੰਨੇ ਹਨ। ਤਾਂ ਇਹਨਾਂ ਭੇਦਾਂ ਤੋਂ ਐੜਾ ਰਹਿਤ ਵਾਹਿਗੁਰੂ ਪਰਮੇਸ਼ਰ ਜੀ ਹਨ। ਤਾਂ ਕਰਕੇ ਮੇਰੀ ਨਮਸਕਾਰ ਹੈ, ਕਿਉਂਕਿ ਹਰ ਜਗ੍ਹਾ 'ਤੇ ਉਹ ਆਪ ਹੀ ਬੈਠਾ ਹੈ। ਗੁਰਬਾਣੀ ਕਹਿੰਦੀ ਮੈਂ ਬਹੁ ਵਿਦ ਪੇਖਿਓ, ਦੂਜਾ ਨਾ ਹੀ ਰੀ ਕੋਊ। ਬੜੀ ਵਿਚਾਰ ਕਰਕੇ ਦੇਖਿਆ ਹੈ, ਬੜੀ ਭਾਲ ਕੀਤੀ ਹੈ, ਖੋਜ ਕੀਤੀ ਹੈ। ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਨੂੰ ਹੋਰ ਕੋਈ ਦਿਖਦਾ ਨਹੀਂ। ਇਸੇ ਤਰ੍ਹਾਂ ਨਮਸਤੰ ਅਭੇਵੈ, ਜਿੱਥੇ ਭੇਵ ਦਾ ਅਰਥ ਭੇਦ ਰਹਿਤ ਕਰਦੇ ਨੇ ਮਹਾਂਪੁਰਸ਼, ਵਿਦਵਾਨ, ਸਾਧੂ ਜਨ, ਸੰਤ ਲੋਕ, ਉੱਥੇ ਭੇਦ ਦਾ ਅਰਥ ਹੁੰਦਾ ਹੈ ਦਿਲ ਦਾ ਭੇਦ। ਆਸ਼ਾ ਕੀ ਹੈ, ਤਾਤਪਰਜ ਕੀ ਹੈ। ਵਾਹਿਗੁਰੂ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀਓ, ਆਪ ਜੀ ਦੇ ਭੇਦ ਆਸ਼ਾ ਨੂੰ ਕੋਈ ਵੀ ਨਹੀਂ ਪਾ ਸਕਦਾ ਹੈ ਵੀ ਤੁਸੀਂ ਕੀ ਕਰਨਾ ਹੈ, ਆਉਣ ਵਾਲੇ ਸਮੇਂ ਵਿੱਚ ਕੀ ਹੋ ਜਾਣਾ ਹੈ। ਹੁਣ ਕਰੋਨਾ ਵਾਇਰਸ ਕਿੱਡੀ ਵੱਡੀ ਬਿਮਾਰੀ ਚੱਲੀ ਹੈ। ਹੁਣ ਜਦੋਂ ਚੱਲ ਪਈ ਹੈ ਤੇ ਹੁਣ ਸਾਰੇ ਹੀ ਭਵਿੱਖਬਾਣੀਆਂ ਕਰੀ ਜਾਂਦੇ। ਪਹਿਲਾਂ ਤਾਂ ਕਿਸੇ ਨੇ ਇਸ਼ਤਿਹਾਰ ਨਹੀਂ ਸੀ ਲਾਇਆ ਵੀ ਆਉਣ ਵਾਲੀ ਹੈ, ਕਿਸੇ ਨੂੰ ਨਹੀਂ ਪਤਾ ਲੱਗਾ ਪਹਿਲਾਂ। ਬਾਅਦ ਦੇ ਵਿੱਚ ਸਾਰੇ ਕਹੀ ਜਾਂਦੇ ਵੀ ਫਲਾਣੇ ਨੇ ਭਵਿੱਖਬਾਣੀ ਕੀਤੀ ਸੀ, ਫਲਾਣੇ ਨੇ ਕੀਤੀ ਸੀ। ਗੁੱਝੀਆਂ ਜੀਆਂ ਗੱਲਾਂ ਨੇ।
ਵੀ ਇਦਾਂ ਹੋਵੇਗਾ, ਐ ਹੋ ਜਾਏਗਾ, ਪਰ ਕੋਈ ਸਾਫ਼ ਨਹੀਂ ਦੱਸ ਸਕਦਾ ਵੀ ਕੀ ਹੋਣ ਵਾਲਾ ਹੈ ਤੇ ਕੀ ਪਰਮਾਤਮਾ ਨੇ ਕਰਨਾ ਹੈ। ਹੁਣ ਕਿਸਾਨ ਅੰਦੋਲਨ ਹੈ, ਕਿਸੇ ਨੂੰ ਕੀ ਪਤਾ ਸੀ ਵੀ ਇਹ ਵੀ ਆਣ ਖੜਾ ਹੋਣਾ ਹੈ। ਅਗਲਿਆਂ ਨੇ ਸੋਚਿਆ ਨਹੀਂ ਹੋਣਾ, ਉਹਨਾਂ ਦੀਆਂ ਰਾਤ ਦੀਆਂ ਨੀਂਦਾਂ ਉੱਡੀਆਂ ਪਈਆਂ ਨੇ। ਤਾਂ ਗੁਰਬਾਣੀ ਕਹਿੰਦੀ ਹੈ ਵੀ ਵਾਹਿਗੁਰੂ ਦੇ ਭੇਦ ਆਸਰੇ ਨੂੰ ਕੋਈ ਵੀ ਜਾਣ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਹਨ, ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਵਾਹਿਗੁਰੂ ਪਰਮੇਸ਼ਰ ਕੀ ਚਾਹੁੰਦਾ ਹੈ? ਤਾਂ ਬਾਣੀ ਕਹਿੰਦੀ, ਮਹਿਮਾ ਨਾ ਜਾਣੈ ਬੇਦ, ਬ੍ਰਹਮੈ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੇ ਨੇ ਕਿ ਜਿਹੜੀ ਹਉਮੈ ਰੱਖ ਕੇ ਲੋਕਾਂ ਨੂੰ ਠੱਗਣਾ, ਪਖੰਡ ਕਰਨਾ ਵੀ ਮੈਨੂੰ ਪਤਾ ਆਉਣ ਵਾਲੇ ਟਾਈਮ 'ਚ ਕੀ ਹੋਣਾ ਹੈ, ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਨੂੰ ਪਤਾ ਵਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਉਹ ਤਾਂ ਬੋਲਦੇ ਹੀ ਨਹੀਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਨੂੰ ਬ੍ਰਹਮ ਗਿਆਨੀ ਜਾਣ ਸਕਦਾ, ਉਹਦੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਕਰਕੇ ਉਹਨਾਂ ਨੂੰ ਤਾਂ ਬੋਲਣ ਦੀ ਕੋਈ ਲੋੜ ਨਹੀਂ। ਤੇ ਜਿਹੜੇ ਨਹੀਂ ਜਾਣਦੇ ਉਹ ਫਿਰ ਝੂਠੀਆਂ ਭਵਿੱਖਬਾਣੀਆਂ ਕਰਦੇ ਆ। ਜਿਵੇਂ ਕੋਈ ਸਾਧ ਸੀ, ਜਿਹੜਾ ਵੀ ਕੋਈ ਉਹਦੇ ਕੋਲੇ ਜਾਣਾ ਉਹਨੇ ਲਿਖ ਕੇ ਦੇ ਦੇਣਾ, ਮੁੰਡਾ ਅੱਗੇ ਪਾ ਦੇਣਾ ਜਾਂ ਕੁੜੀ। ਜੇ ਤੇ ਮੁੰਡਾ ਹੋ ਜਾਣਾ ਤੇ ਉਹਨੇ ਵਿਸਰਾਮ ਲਾ ਦੇਣਾ, ਵੇਖੋ ਜੀ ਮੁੰਡਾ। ਤੇ ਜੇ ਲੜਕੀ ਹੋ ਜਾਣੀ ਫਿਰ ਜਾਂ ਤੇ ਵਿਸਰਾਮ ਲੱਗ ਜਾਣਾ ਜਾ ਕੇ, ਮਤਲਬ ਤੁੱਕਾ ਜਿਹਾ ਮਾਰ ਛੱਡਣਾ ਸਾਰਿਆਂ ਨੂੰ। ਜੇ ਇੱਕ ਅੱਧੇ ਦੇ ਹੋ ਗਿਆ ਤੇ ਬੱਲੇ ਬੱਲੇ, ਨਹੀਂ ਤੇ ਨਾ ਸਹੀ, ਦਾਵਾ ਨਹੀਂ ਕੋਈ। ਤਾਂ ਜਿਹੜੇ ਜਾਣਦੇ ਨੇ ਉਹ ਦੱਸਦੇ ਨਹੀਂ ਹਨ, ਤੇ ਜਿਹੜੇ ਨਹੀਂ ਜਾਣਦੇ ਉਹ ਇਦਾਂ ਦਾ ਪਖੰਡ ਕਰਦੇ ਰਹਿੰਦੇ ਕੋਈ ਨਾ ਕੋਈ, ਵੀ ਆਉਣ ਵਾਲੇ ਸਮੇਂ 'ਚ ਇੱਦਾਂ ਹੋਣਾ, ਆਉਣ ਵਾਲੇ ਸਮੇਂ 'ਚ ਇੱਦਾਂ ਹੋਣਾ। ਗੁਰਬਾਣੀ ਤੇ ਕਹਿੰਦੀ ਪਤਾ ਹੀ ਕਿਸੇ ਨੂੰ ਨਹੀਂ, ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਵਾਹਿਗੁਰੂ ਦਾ ਭੇਦ ਕੋਈ ਨਹੀਂ ਪਾ ਸਕਦਾ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਤੰ ਨਮਸਕਾਰ ਹੈ। ਆ ਭੇਵੈ ਭੇਦ ਆਸਰੇ, ਜਿਹਦਾ ਕੋਈ ਆਸ਼ੈ ਨਹੀਂ ਜਾਣ ਸਕਦਾ। ਨਮਸਤੰ ਅਭੇਵੈ, ਤੀਸਰਾ ਅਰਥ ਵੀ ਮਹਾਂਪੁਰਸ਼ ਕਰਦੇ ਹੈ। ਉਹ ਕਰਦੇ ਨੇ ਗੁਰਮੁਖੀ ਮੁਤਾਬਕ, ਪੰਜਾਬੀ ਮੁਤਾਬਕ। ਜੇ ਭੇਵ ਸ਼ਬਦ ਦੇ ਉੱਤੇ ਬਿੰਦੀ ਲੱਗੀ ਹੋਵੇ ਤਾਂ ਉਹਦਾ ਭਾਵ ਬਣ ਜਾਂਦਾ ਭਿੱਜਣਾ, ਭੇਣਾ, ਪਸੀਜ ਜਾਣਾ, ਜਿਹਦਾ ਅਰਥ ਬਣਦਾ ਹੈ ਵਾਹਿਗੁਰੂ ਪਰਮੇਸ਼ਰ ਜੀ ਬਿਨਾਂ ਪ੍ਰੇਮਾ ਭਗਤੀ ਤੋਂ ਕਿਸੇ ਤੇ ਵੀ ਪਸੀਜਦੇ ਨਹੀਂ, ਭਿੱਜਦੇ ਨਹੀਂ। ਹੁਣ ਇਹ ਗੱਲ ਲਿਖੀ ਕਿੱਥੇ ਹੈ? ਇਹ ਗੱਲ ਲਿਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਇਹ ਬਚਨ ਕਿੱਥੇ ਕੀਤਾ ਮਹਾਰਾਜ ਨੇ? ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤੇ ਰੋਜ਼, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨਾ। ਭੇਜਦਾ ਕਦੋਂ ਹੈ? ਜਦੋਂ ਮਨ ਸ਼ਾਮਲ ਹੋਵੇ, ਦਿਲੋਂ ਕਰੇ, ਪ੍ਰੇਮ ਨਾਲ ਕਰੇ, ਦਿਖਾਵਾ ਨਾ ਕਰੇ। ਲੇਖਾ ਲਿਖੀਐ ਮਨ ਕਹਿ ਪਾਏ, ਨਾਨਕ ਭੀਜੈ ਸਾਚੇ ਨਾਏ। ਤਾਂ ਸਤਿਗੁਰੂ ਕਹਿੰਦੇ ਨੇ ਕਿ ਬਿਨਾਂ ਪ੍ਰੇਮ ਤੋਂ ਉਹ ਭੇਜਦਾ ਨਹੀਂ। ਤੈਨੂੰ ਰਾਗੀ ਨਾਦੀ ਬੇਦੀ ਸਭੇ ਗਾਉਂਦੇ ਆ, ਭੇਜਦਾ ਨਹੀਂ। ਪ੍ਰੇਮ ਤੋਂ ਬਿਨਾਂ ਮਹਾਤਮਾ ਧਾਰਨਾ ਪੜ੍ਹਦੇ ਹੁੰਦੇ ਸੀ ਮਹਾਂਪੁਰਸ਼, ਤੇ ਨਾਲ ਸ਼ਬਦ ਕੀ ਰੱਖਣਾ? ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਜੋਗ। ਤਾਂ ਵਾਹਿਗੁਰੂ ਪਰਮੇਸ਼ਰ ਜੀ ਪ੍ਰੇਮ ਕਰਕੇ ਵਸ 'ਚ ਆਉਂਦੇ ਨੇ, ਹੋਰ ਕਿਸੇ ਕਰਮ ਧਰਮ ਦੇ ਨਾਲ ਉਹ ਭੇਜਦੇ ਨਹੀਂ ਹਨ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਨਮਸਤੰ ਅਜਨਮੇ, ਨਮਸਤੰ ਅਜਨਮੇ, ਜਿਹੜਾ ਜਨਮ ਤੋਂ ਆ ਰਹਿਤ ਹੈ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ।
जे अज नवें कर दिए अजन्मे नूं इस तरह अर्थ कर लग्या, मुख पाठ ते अजन्मे ही है, अर्थ कर लग्या जे इदां करिए अज नवें, तो अज कौन ने? ब्रह्मा जी, देवी देवते ਉਹ ਵੀ ਵਾਹਿਗੁਰੂ ਪਰਮੇਸ਼ਰ ਅੱਗੇ ਨਿਆਉਂਦੇ ਹਨ। ਜਿਹੜੇ ਵਾਹਿਗੁਰੂ ਜੀ ਦੇ ਅੱਗੇ ਵੱਡੇ ਵੱਡੇ ਦੇਵੀ ਦੇਵਤੇ ਵੀ ਨਿਆਉਂਦੇ ਹਨ, ਐਸੇ ਵਾਹਿਗੁਰੂ ਨੂੰ ਹੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ। ਨਮਸਤੰ ਅਜਨਮੇ। ਗੁਰਬਾਣੀ ਇੱਕ ਗੱਲ ਦਾ ਹੋਰ ਵੀ ਜ਼ਿਕਰ ਕਰਦੀ ਹੈ ਵੀ ਐੜੇ ਦਾ ਅਰਥ ਹੋਇਆ ਵਿਸ਼ੇਸ਼। ਵਿਸ਼ੇਸ਼ ਕਰਕੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਜਨਮ ਧਾਰਦਾ ਹੈ। ਗੁਰਬਾਣੀ 'ਚ ਦੋ ਜ਼ਿਕਰ ਆਉਂਦੇ ਨੇ, ਭਰਮੇ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਪਰ ਦੂਸਰੇ ਬੰਨੇ ਇੱਕ ਇਹ ਵੀ ਜ਼ਿਕਰ ਆਉਂਦਾ ਹੈ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਗੁਰਬਾਣੀ ਦੇ ਵਿੱਚ ਦੂਸਰੇ ਪਾਸੇ ਇਹ ਵੀ ਜ਼ਿਕਰ ਆਉਂਦਾ ਹੈ ਵੀ ਜਨ ਪਰਉਪਕਾਰੀ ਆਏ, ਜਨਮ ਮਰਨ ਦੁਹੂ ਮੈਂ ਨਾਹੀ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਨ ਮਿਲਾਏ। ਜਿੱਥੇ ਗੁਰਬਾਣੀ ਕਹਿੰਦੀ ਹੈ ਰੱਬ ਜੰਮਦਾ ਨਹੀਂ, ਉੱਥੇ ਨਾਲ ਗੁਰਬਾਣੀ ਇਹ ਵੀ ਕਹਿੰਦੀ ਹੈ ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਉੱਥੇ ਗੁਰਬਾਣੀ ਇਹ ਵੀ ਕਹਿੰਦੀ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਉੱਥੇ ਆਪਣੇ ਵਿਦਵਾਨ ਇਹ ਵੀ ਕਹਿੰਦੇ ਨੇ ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਾਖਾ। ਇੱਕ ਬੰਨੇ ਗੁਰਬਾਣੀ ਦੇ ਵਿੱਚ ਵਚਨ ਆਉਂਦਾ ਆ ਕਿ ਉਹ ਜੰਮਦਾ ਨਹੀਂ, ਦੂਸਰੇ ਬੰਨੇ ਗੁਰਬਾਣੀ ਕਹਿੰਦੀ ਆਉਂਦਾ ਵੀ ਹੈ। ਤਾਂ ਗੁਰਬਾਣੀ ਤੇ ਗਲਤ ਨਹੀਂ ਹੋ ਸਕਦੀ, ਬੰਦੇ ਦੀ ਮੱਤ ਗਲਤ ਹੋ ਸਕਦੀ ਹੈ, ਸੁਰਤੀ ਬਿਰਤੀ 'ਚ ਗੱਲ ਨਾ ਆਵੇ ਉਹ ਵੱਖਰੀ ਗੱਲ ਹੈ। ਕਿ ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਉਦਾਹਰਣ ਦਿੰਦੇ ਹੁੰਦੇ ਸੀ ਕਿ ਜੇਲ੍ਹ ਦੇ ਵਿੱਚ ਕੈਦੀ ਹੈ, ਉਹ ਆਪਣੇ ਕਰਮਾਂ ਦਾ ਫਲ ਭੋਗਦੇ ਪਏ ਆ, ਉਹ ਬਾਹਰ ਨਹੀਂ ਆ ਸਕਦੇ, ਉਹ ਸਜ਼ਾ ਭੋਗਦੇ ਆ। ਪਰ ਉੱਥੇ ਇੱਕ ਡਾਕਟਰ ਵੀ ਹੈ ਜਿਹੜਾ ਜੇਲ੍ਹ 'ਚ ਜਾਂਦਾ ਹੈ, ਕੈਦੀਆਂ ਨੂੰ ਠੀਕ ਕਰਦਾ ਹੈ, ਦਵਾਈ ਦਿੰਦਾ ਹੈ, ਆਪਦੀ ਸੇਵਾ ਕਰਦਾ ਹੈ। ਪਰ ਉਹਦੇ ਉੱਤੇ ਕੈਦੀਆਂ ਵਾਲੇ ਕਾਨੂੰਨ ਨਹੀਂ ਲਾਗੂ ਹੁੰਦੇ ਵੀ ਉਹ ਵੀ ਜੇਲ੍ਹ 'ਚ ਉਹਨਾਂ ਵਾਂਗ ਬੰਦਾ ਤੇ ਸਜ਼ਾ ਭੋਗਦਾ ਹੈ। ਬਾਹਰੋਂ ਅੰਦਰ ਜਾਂਦਾ ਹੈ, ਸੇਵਾ ਕਰਦਾ ਹੈ ਤੇ ਫਿਰ ਬਾਹਰ ਆ ਜਾਂਦਾ ਹੈ ਆਪਦੀ ਡਿਊਟੀ ਕਰਕੇ। ਤਾਂ ਵਾਹਿਗੁਰੂ ਪਰਮੇਸ਼ਰ ਸਾਡੇ ਵਾਂਗ ਨਹੀਂ ਜੰਮਦਾ ਹੈ, ਜਿੱਦਾਂ ਅਸੀਂ ਕਰਮਾਂ ਦਾ ਫਲ ਭੋਗਣ ਵਾਸਤੇ ਸੰਸਾਰ ਦੇ ਵਿੱਚ ਆਏ। ਗੁਰਬਾਣੀ ਤੇ ਇੱਥੋਂ ਤੱਕ ਕਹਿ ਦਿੰਦੀ ਹੈ, ਇੱਕ ਸ਼ਬਦ ਆਪਾਂ ਬੜਾ ਪੜ੍ਹਦੇ ਹਾਂ, ਪ੍ਰੇਮ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਇਹ ਤੋਂ ਪਹਿਲੀਆਂ ਤੁਕਾਂ ਨਹੀਂ ਪੜ੍ਹਦਾ ਕੋਈ ਵੀ, ਸਤਿਗੁਰੂ ਨਦਰ ਕਿਉਂ ਕਰੇ? ਕਿ ਤੇਰਾ ਸਤਿਗੁਰੂ ਨੇ ਠੇਕਾ ਦੇਣਾ ਵਾ ਜਾਂ ਤੇਰਾ ਪੈਸੇ ਦੇਣੇ ਆ, ਜੇ ਤੇਰੇ ਤੋਂ ਕਰਜ਼ਾ ਲਿਆ ਸੀ ਵੀ ਤੇਰੇ ਤੇ ਹੀ ਨਦਰ ਕਰੇ। ਸਤਿਗੁਰੂ ਕਿਹਦੇ ਉੱਤੇ ਨਦਰ ਕਰੇਗਾ? ਮਹਾਰਾਜ ਕਹਿੰਦੇ ਮੇਰੇ ਮਨ ਏਕਸ ਸਿਉ ਚਿਤ ਲਾਏ। ਜਿਹੜਾ ਇੱਕ ਨਾਲ ਜੁੜੂਗਾ ਨਦਰ ਉਹਦੇ ਤੇ ਹੋਊਗੀ। ਏਕਸ ਬਿਨ ਸਭ ਧੰਦ ਹੈ। ਇੱਕ ਤੋਂ ਬਿਨਾਂ ਜੋ ਵੀ ਆ ਗਿਆਨੀ ਧਿਆਨੀ ਬਹੁ ਵਿਦੇਸੀ, ਇਹ ਜਗ ਸਗਲੋ ਧੰਦਾ। ਬਾਕੀ ਸਭ ਧੰਦ ਹੀ ਆ। ਧੰਦਾ ਪਿੱਟੋ ਭਾਈਓ, ਸਭ ਧੰਦੇ ਨੂੰ ਰੋਂਦੇ ਪਏ। ਹੁਣ ਜੇ ਇਸ ਸ਼ਬਦ ਦੀ ਵਿਆਖਿਆ ਕੀਤੀ ਜਾਵੇ ਵੀ ਇੱਕ ਤੋਂ ਬਿਨਾਂ ਸਭ ਧੰਦਾ ਹੀ ਆ, ਤੇ ਫਿਰ ਤੇ ਲੜਾਈ ਕਰਨ ਵਾਲੀ ਗੱਲ ਹੋਊਗੀ, ਮੁੱਲ ਦੀ ਲੜਾਈ ਲੈਣੀ। ਇਹ ਸਭ ਲੈਣ ਦੇਣਾ ਧੰਦਾ, ਮੈਨੇ ਲੈਣ ਦੇਣਾ। ਜੇ ਬੰਦਾ ਜਾਮਿਆ ਉਹ ਵੀ ਧੰਦਾ ਹੀ ਆ, ਕਿਸੇ ਦਾ ਹਿਸਾਬ ਦੇਣ ਆਇਆ ਤੇ ਕਿਸੇ ਤੋਂ ਲੈਣ ਆਇਆ। ਜਿਹੜੀ ਰਿਸ਼ਤੇਦਾਰੀ ਸੰਬੰਧ ਹੈ ਇਹ ਵੀ ਤੇ ਇੱਕ ਧੰਦਾ ਹੀ ਆ ਨਾ, ਲੈਣ ਦੇਣ ਹੀ ਚੱਲਦਾ ਪਿਆ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਇਹ ਵੀ ਇੱਕ ਲੈਣ ਦੇਣ ਆ, ਲੇਖਾ ਵਾ, ਧੰਦਾ ਵਾ। ਜਿੰਨੇ ਉਹਦੇ ਤੇ ਲੱਗਣੇ ਉਹ ਲੱਗਦੇ ਨੇ, ਜਿੰਨੇ ਉਹਦੇ ਭੰਡਾਰੇ ਤੇ ਲੱਗਣੇ ਉਹਦਾ ਹਿਸਾਬ ਸੀ ਉਹਨੇ ਲੈਣਾ ਆਪਣਾ।
ਤੇ ਸਿਆਣੇ ਬੰਦੇ ਸੰਸਕਾਰ ਤੋਂ ਬਾਅਦ ਅਖੰਡ ਪਾਠ ਸਾਹਿਬ ਤੋਂ ਬਾਅਦ ਕੀਰਤਪੁਰ ਸਾਹਿਬ ਦੇ ਫੁੱਲਾਂ ਤੋਂ ਬਾਅਦ ਸਾਰਾ ਹਿਸਾਬ ਕੱਢ ਕੇ ਦੇਖਦੇ ਹੁੰਦੇ ਵੀ ਇੰਨਾ ਹਿਸਾਬ ਸੀ ਇਸ ਬੰਦੇ ਦਾ, ਅੱਜ ਖਤਮ ਹੋਇਆ। ਪਰ ਇੱਥੇ ਸਵਾਲ ਪੈਦਾ ਹੋ ਸਕਦਾ, ਫਿਰ ਬੰਦਗੀ ਵੀ ਧੰਦਾ ਹੀ ਹੈ, ਬੰਦਗੀ ਵੀ ਲੈਣ ਦੇਣੀ ਆ। ਫਿਰ ਤਾਂ ਗੁਰਬਾਣੀ ਕਹਿੰਦੀ ਇੱਕ ਬੰਦਗੀ ਤੋਂ ਬਿਨਾਂ ਬਾਕੀ ਸਭ ਕੁਝ ਲੈਣ ਦੇਣੀ ਆ, ਧੰਦਾ ਹੀ। ਬੰਦਗੀ ਧੰਦਾ ਨਹੀਂ ਕਿਵੇਂ? ਜੇ ਅਸੀਂ ਕਰਦੇ ਹਾਂ ਤਾਂ ਉਹਦਾ ਲਾਭ ਸਾਨੂੰ ਹੀ ਮਿਲਦਾ ਆ, ਪਰਮਾਤਮਾ ਨੂੰ ਨਹੀਂ। ਇੱਕ ਪਾਸਾ ਧੰਦੇ 'ਚ ਕੀ ਹੁੰਦਾ, ਇੱਕ ਹੱਥ ਦੇ ਤੇ ਦੂਜੇ ਹੱਥ ਲੈਣ ਦੇਣਾ ਧੰਦੇ 'ਚ। ਇੱਥੇ ਸਭ ਲੈਣ ਵਾਲੇ ਹੀ ਆਉਂਦੇ ਆ, ਇੱਕ ਪਾਸਾ। ਜੇ ਅਸੀਂ ਬੰਦਗੀ ਨਹੀਂ ਕਰਦੇ ਤਾਂ ਰੱਬ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਵੱਡਾ ਨਾ ਹੋਵੇ। ਜੇ ਕਰਦੇ ਆ, ਨਹੀਂ ਕਰਦੇ ਤੇ ਘਾਟ ਨਾ ਜਾਏ, ਤਾਂ ਉਹਦਾ ਕੁਝ ਘਟਦਾ ਨਹੀਂ ਆ ਵੀ ਸ਼ਾਇਦ ਉਹ ਸਾਡੀ ਬੰਦਗੀ ਤੇ ਖਲੋਤਾ, ਸਾਡੇ ਪਾਠਾਂ ਤੇ ਖਲੋਤਾ। ਇੱਕ ਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਸਭ ਧੰਦਾ ਹੀ ਆ, ਸਭ ਲੈਣ ਦੇਣੀ, ਆਪਣਾ ਹਿਸਾਬ ਕਿਤਾਬ ਨਿਬੇੜਨ ਵਾਲੀ ਗੱਲ ਹੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੁਝ ਮਹਾਤਮਾ ਇੱਦਾਂ ਦੇ ਨੇ, ਵਾਹਿਗੁਰੂ ਦੇ ਪਿਆਰੇ ਇੱਦਾਂ ਦੇ ਨੇ, ਜਿਹੜੇ ਸੰਸਾਰ ਦੇ ਵਿੱਚ ਆਉਂਦੇ ਤੇ ਨੇ, ਪਰ ਉਹਨਾਂ ਤੇ ਸੰਸਾਰ ਦੇ ਦੁੱਖ ਕਰਮਾਂ ਦਾ ਫਲ ਲਾਗੂ ਨਹੀਂ ਹੁੰਦਾ। ਉਹ ਸੇਵਾ ਕਰਨ ਵਾਸਤੇ ਆਉਂਦੇ ਨੇ, ਤੇਰੇ ਜਨ ਪਰਉਪਕਾਰੀ ਆਏ। ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ, ਸਫਲ ਤਿਨਾ ਕੇ ਕੰਮ। ਇੱਕ ਗੱਲ ਸੰਤ ਸੰਗੀਆਂ ਵਿੱਚ ਬੜੀ ਪ੍ਰਸਿੱਧ ਆ, ਜਿਹੜੇ ਸੰਤ ਸੇਵੀ ਤੇ ਸੰਤ ਸੰਗੀ ਆ, ਉਹ ਇੱਕ ਗੱਲ ਬੜੀ ਕਹਿੰਦੇ ਹੁੰਦੇ ਆ ਵੀ ਸਾਡੇ ਸੰਤ ਨਾ ਮਾਇਆ ਪਾ ਕੇ ਰੱਖਦੇ ਆ। ਤੇ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿੱਚ ਰਹਿੰਦੇ ਸਨ। ਉਹ ਚੜ੍ਹਾਈ ਕਰ ਗਏ ਨੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੇ ਟਕਸਾਲ, ਉਹਨਾਂ ਨਾਲ ਬੜਾ ਪ੍ਰੇਮ ਸੀ, ਸਨੇਹ ਸੀ, ਸਰੀਰ ਛੱਡਣ ਤੋਂ ਪਹਿਲਾਂ ਵੀ ਮਿਲੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਸ਼੍ਰੀਮਾਨ ਸੰਤ ਮੋਹਨ ਸਿੰਘ ਜੀ, ਉਹ ਕਹਿੰਦੇ ਸੰਤ ਮਾਇਆ ਪਾਉਂਦਾ ਵਾ ਕਿ ਮਾਇਆ ਲਾਉਂਦਾ ਵਾ? ਜੇ ਤੇ ਸੰਤ ਨੇ ਮਾਇਆ ਪਾਉਣੀ ਤੇ ਸੰਤ ਤੋਂ ਲੈਣ ਕੀ ਗਏ ਫਿਰ ਤੁਸੀਂ? ਇਹ ਬੜੀ ਚੱਲਦੀ ਸੰਤ ਸੰਗੀਆਂ 'ਚ ਗੱਲ ਨਾ, ਸਾਡੇ ਸੰਤ ਨਾ ਮਾਇਆ ਦਾ ਪਰਦਾ ਪਾ ਕੇ ਰੱਖਦੇ ਆ। ਕਈ ਵਾਰੀ ਮੈਂ ਸੋਚਦਾ ਹੋਣਾ ਵੀ ਉਹਦਾ ਵੀ ਨਹੀਂ ਲਿਆ ਹੋਣਾ ਜਿਹੜਾ ਤੂੰ ਕਹੀ ਜਾਂਦਾ ਵੀ ਮਾਇਆ ਦਾ ਪਰਦਾ ਪਾ ਕੇ ਰੱਖ। ਸੰਤ ਕੌਣ ਨੇ? ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਤੇ ਮਹਾਂਪੁਰਖ ਪਰਉਪਕਾਰ ਦਾ ਅਰਥ ਕਰਦੇ ਹੁੰਦੇ ਸੀ, ਤੇਰੇ ਜਨ ਪਰਉਪਕਾਰੀ ਆਏ। ਪਰ ਮੈਨੇ ਪਰਮਾਤਮਾ, ਉਪ ਮੈਨੇ ਨੇੜੇ, ਕਾਰ ਮੈਨੇ ਕਰਦਾ। ਸੰਤ ਉਹ ਹੈ ਜਿਹੜਾ ਰੱਬ ਦੇ ਨੇੜੇ ਕਰੇ, ਤੇ ਜਿਹਨੇ ਮਾਇਆ ਦਾ ਪਰਦਾ ਹੀ ਪਾਉਣਾ ਸੀ ਉਹਨੂੰ ਸੰਤ ਕਿਹਨੇ ਕਿਹਾ? ਫਿਰ ਤਾਂ ਸੰਤ ਗਿਆਨੀ ਮੋਹਨ ਸਿੰਘ ਜੀ ਇਸ ਗੱਲ ਨੂੰ ਖੰਡਨ ਕਰ ਦਿੰਦੇ ਹੁੰਦੇ ਸੀ। ਇਹ ਗੱਲ ਨਾ ਕਹੋ ਵੀ ਸੰਤ ਮਾਇਆ ਦਾ ਪਰਦਾ ਪਾ ਕੇ ਰੱਖਦਾ ਹੈ। ਸੰਤ ਤੇ ਉਹ ਹੈ ਜਿਹੜਾ ਮਾਇਆ ਦਾ ਪਰਦਾ ਲਾਉਂਦਾ। ਤਾਂ ਐਸੇ ਜਿਹੜੇ ਰੱਬੀ ਸਰੂਪ ਨੇ, ਜਿਵੇਂ ਸ਼ੀਸ਼ੇ ਦੇ ਵਿੱਚ ਆਪ ਦਾ ਸਰੂਪ ਵੇਖੀਏ, ਤਾਂ ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਸਰੂਪ ਨੇ ਉਹ ਸੰਸਾਰ ਦੇ ਵਿੱਚ ਆਉਂਦੇ ਨੇ। ਤੇ ਗੀਤਾ ਦੇ ਵਿੱਚ ਇਹਦੇ ਉੱਤੇ ਬੜਾ ਵਿਸਥਾਰ ਨਾਲ ਲਿਖਿਆ ਵਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵਿਆਸ ਜੀ ਦੁਆਰਾ ਲਿਖਾਇਆ ਹੈ ਕਿ ਮੈਂ ਇੱਦਾਂ ਆਉਣਾ ਅਰਜਨ, ਤੂੰ ਇੱਦਾਂ ਜੰਮਦਾ ਵਾ। ਉੱਥੇ ਇੱਕ ਸ਼ਬਦ ਵਰਤਿਆ ਉਹਨਾਂ, ਆਵਿਰਭਾਵ। ਆਵਿਰਭਾਵ ਨੂੰ ਪੰਜਾਬੀ 'ਚ ਕਹਿੰਦੇ ਪ੍ਰਗਟ ਹੋਣਾ। ਭਗਵਾਨ ਕ੍ਰਿਸ਼ਨ ਕਹਿੰਦੇ ਅਰਜਨ ਫਰਕ ਇਹ ਆ ਵੀ ਤੂੰ ਵੀ ਜਾਨਾ ਦੁਨੀਆ 'ਚ ਤੇ ਮੈਂ ਵੀ ਜਾਨਾ ਦੁਨੀਆ 'ਚ, ਪਰ ਫਰਕ ਇਹ ਆ ਮੈਂ ਪ੍ਰਗਟ ਹੋਣਾ ਵਾ ਤੇ ਤੂੰ ਜੰਮਦਾ ਵਾ, ਇੰਨਾ ਫਰਕ ਹੈ। ਪਰਮਾਤਮਾ ਦੇ ਪਿਆਰੇ ਪ੍ਰਗਟ ਹੁੰਦੇ ਨੇ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਜਿਵੇਂ ਸੂਰਜ ਪ੍ਰਗਟ ਹੁੰਦਾ ਹੈ
कभी किसी ने कहा सूरज जम पिया, इदा जरूर कहिंदे भी सवेरे 5 वजे चढ़िया 6 वजे चढ़िया। तो जिमें सूरज डुबदा है, कभी किसी ने कहा सूरज मर गया, हाँ दिखणों हट गया, मरिया नहीं। इदा कहिंदे मैं आविर्भाव नूं प्राप्त होना वा ते तूं जमदा, इन्ना क फर्क है परमात्मा दे प्यारे दा दुनिया च आउण दा ते आम बंदे दे आउण दा। इस करके महाराज कहिंदे ने हे प्रभु नमस्तं अजन्मे, आप विशेष करके आप ही जन्म अवतार धारण करते हो संसार की रखिया वास्ते। इस करके सुखमनी साहब च भी लिखा है सतगुरु जी ने कि किन्ने ही तेरे अवतार ने जिहड़े संसार की रखिया करन वास्ते आउंदे हन। नमस्तं सो 92, नमस्तंग सो 92, सो श्रेष्ठ वाहिगुरु जिहड़ा सब तो उत्तम है, सब तो वड्डा है, सो वनीक है। वो जिथे सारे संसार दे विच बैठा है, ਉਹਦੀ चेतन सत्ता बन जंगल आदक दे विच भी बैठी। 10वें पातशाह के शुरुआत च कहिंदे हे वाहिगुरु तेरा नाम ते तीले भी जपदे ने ते बन जंगल भी जपदा है, वाण तृण। ते सुखमनी साहब च महाराज कहिंदे ने वाण तृण परबत है पार ब्रह्म, हर जगह ही चेतन सत्ता बैठी हुई। तां जिहड़ा श्रेष्ठ वाहिगुरु बन जंगलां आदिकां दे विच भी है, ਉਹਨੂੰ ਨਮਸਤੰ ਨਮਸਕਾਰ ਹੈ। ਜਾਂ ਬੰਦ ਦਾ ਅਰਥ ਹੁੰਦਾ ਜਲ ਆਦਿਕ 5 ਤੱਤ ਤੋਂ ਭਾਵ ਲੈਣਾ। 5 ਤੱਤਾਂ ਦੇ ਵਿੱਚ ਵੀ ਤੇ ਉਹੀ ਬੈਠਾ ਹੈ, ਨਹੀਂ ਤੇ ਜੜ ਤੱਤਾਂ ਤੋਂ ਜੀਵ ਕਲਾ ਕਿਦਾਂ ਪੈਦਾ ਹੋਈ ਜਾਂਦੀ। ਪਹਿਲਾ ਪਾਣੀ ਜੀਓ ਹੈ, ਪਾਣੀ ਜੜ ਸੀ, ਪਰ ਵਾਹਿਗੁਰੂ ਦੀ ਚੇਤਨ ਸੱਤਾ ਕਰਕੇ ਗੁਰਬਾਣੀ ਨੇ ਉਹਨੂੰ ਜੀਵ ਆਤਮਾ ਲਿਖਿਆ ਕਿ ਜੀਵਨ ਪੈਦਾ ਕਰਦਾ ਹੈ। जल है तो जीवन है, जिथे जल नहीं उत्थे जीवन की अणहोंद मनी है। तो महाराज सच्चे पातशाह कहते ने पहला पानी जियो है, पहली रूह जीव आत्मा जीवन ते पानी है। तो नमस्तंग सो 92, वो वाहिगुरु बन जल आदਿਕ 5 तत्तां दे विच जिहड़ा बैठा है नमस्तंग, ਉਹਨੂੰ भी सतगुरु कहते मेरी नमस्कार है। ਜਾਂ ਮਹਾਂਪੁਰਸ਼ ਖਿੱਚ ਕੇ ਅਰਥ ਵੀ ਕਰਦੇ ਹਨ। ਨਮਸਤੰ ਸੋ 92, ਉਹ ਵਾਹਿਗੁਰੂ ਜਿਹੜਾ ਹੈ ਉਹ ਕਿਸੇ ਨੂੰ ਵੀ ਸੋ ਸ੍ਰੇਸ਼ਟ ਬਨ ਬਣਾਵਣੇ ਦੇ ਵਿੱਚ ਚਤਰ ਹੈ, ਸਿਆਣਾ ਹੈ, ਉਹਦੀ ਮਰਜ਼ੀ ਆ। ਉਹਨੇ ਵੱਡੇ ਵੱਡੇ ਚੋਰ ਵੀ ਸਾਧ ਬਣਾਏ। ਜਿੱਦਣ ਉਹ ਆਪਣੀ ਮੌਜ ਦੇ ਘਰ 'ਚ ਆ ਗਿਆ, ਕਿਰਪਾ ਦ੍ਰਿਸ਼ਟੀ ਦੇ ਘਰ 'ਚ ਆ ਗਿਆ, ਵੱਡੇ ਵੱਡੇ ਪਾਪੀ ਵੀ ਉਹਨੇ ਤਾਰੇ। ਸਤਿਗੁਰੂ ਗੁਰਬਾਣੀ 'ਚ ਲਿਖਦੇ ਨੇ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜੇ ਉਹਦੀ ਮਰਜ਼ੀ ਹੋ ਜੇ ਕਾਵਾਂ ਤੋਂ ਹੰਸ ਬਣਾ ਦਿੰਦਾ ਹੈ, ਅਸਾਧਾਂ ਤੋਂ ਸਾਧ ਕਰ ਦਿੰਦਾ ਹੈ। ਇੱਕ ਬੜੇ ਉਦਾਸੀ ਸੰਪਰਦਾਏ ਦੇ ਪ੍ਰਸਿੱਧ ਮਹਾਂਪੁਰਸ਼ ਹੋਏ ਨੇ ਸੰਤ ਸੁਰਜਣ ਦਾਸ ਜੀ। ਉਹਨਾਂ ਨੇ ਕਵਿਤਾਵਾਂ ਵੀ ਬੜੀਆਂ ਸੋਹਣੀਆਂ ਲਿਖੀਆਂ ਨੇ ਸੂਫੀ ਰੰਗ 'ਚ ਤੇ ਵਿਦਾਂਤ ਰੰਗ ਦੇ ਵਿੱਚ। ਉਹਨਾਂ ਦੀ ਇੱਕ ਕਵਿਤਾ ਬੜੀ ਪ੍ਰਸਿੱਧ ਹੈ, ਯਾਰੀ ਯਾਰੀ ਸਭ ਕੋ ਆਖੈ ਵਿਰਲਾ ਤੋੜ ਨਿਭਾਵੇ, ਲਾਵਣ ਸੌਖੀ ਤੇ ਚਾਵਣ ਭਾਰੀ ਜਾਣੇ ਜੋ ਅਜ਼ਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸ਼ਬਦ ਵੇਖੋ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ। ਹੁਣ ਆਮ ਆਸ਼ਕ ਬੰਦੇ ਨੇ ਕਹਿਣਾ ਇਹ ਕਿਹੜੀ ਕਵਿਤਾ ਵਾ, ਪਰ ਹੈ ਇੱਕ ਸੰਤ ਦੀ ਕਵਿਤਾ ਹੈ। ਯਾਰੀ ਯਾਰੀ ਸਭ ਕੋ ਆਖੇ ਵਿਰਲਾ ਤੋੜ ਨਿਭਾਏ, ਲਾਵਣ ਸੌਖੀ ਤੇ ਚਾਵਣ ਭਾਰੀ ਜਾਣੇ ਜੋ ਅਜ਼ਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸੁਰਜਨ ਦਾਸ ਇਹ ਭਾਰੀ ਪਿਆਲਾ ਪੀ ਕੇ ਕੋਈ ਪਚਾਏ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਉਹਨਾਂ ਨੂੰ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਉਹਨਾਂ ਨੇ ਫਿਰ
बड़ी डूंगी कलम चलाई से शुद्ध स्वरूप पछाण लीता गया पख हिंदू ते मुसलमान वाला। ना मैनू कोई हिंदू कहो तो ना कहो हुण मुसलमान, क्यों ये हिंदू मुसलमान सब शरीर के धर्म ने ते शरीर नाल ही खत्म हो जाते। से शुद्ध स्वरूप पछाण लीता गया पख हिंदू ते मुसलमान वाला। ते अगे की कहते आ, वर्ण आश्रम का पिंजरा तोड़ दिता। ये जिहड़े वहम पाले आ ना, शरीर के वहम पाले दे अध्यासियां ने, फलाने वर्ण का जी, ये फलाने आश्रम का, ये सारे देह अध्यास च आउंदे ने, क्यों ये देह के धर्म ने। वर्ण आश्रम का पिंजरा तोड़ दिता, रहा मजहब ना हुण दुकान वाला। ये दुकानदारियां, ये बिजनस, ये जग सगलो धंधा, ये लैण देण, ये ठगियां ठोरियां, ये पखंडां वाले जिन्ने धर्म सी, वर्ण आश्रम का पिंजरा तोड़ दिता। अगे वो बड़ा सोहना लिखते, जे मैं ना भुला दास ना भुले विसरे ना, ते की लिखते, असी पए हां राह बेहदियां दे। हद तो परे, प्रकृति तो परे जिहड़ा ब्रह्म है, पार ब्रह्म, असी पए हां राह बेहदियां दे, हद तो परे। इहो जी कविता उन्होंने बड़ी सुंदर लिखी हुई है। गया डन वेद ते कुरान वाला। वेद ते कुरान का जिहड़ा डन आ ना, सिमरत शास्त्र पुन पाप विचार दे, ये पुन पाप संत सुरजन दास कहता मैनू नहीं हुण लगता। इन्हां दा वेद पुराण की जिहड़ी मर्यादा वा कर्म धर्म आ, मेरे ते लागू नहीं होंदे। सुरजन दास ये मौज खलासियां दी लिया रस सर्ब मकान वाला, जिहड़ा हर मकान शरीर दे विच बैठा है, जिन्हों दसवें पातशाह कहते मकी तू ही, हर मकान च बैठा, शरीर दे विच बैठा है, उहदा रस माणिया। तां इदां दे संत सुरजन दास जी होए ने, उदासी संप्रदा, धन बाबा श्री चंद साहिब जी, श्री गुरु नानक देव जी दे वड्डे सपुत्र, उस संप्रदा विचों बड़े उच्च कोटि के महात्मा से। इन्हां दे जिहड़े मुरशद सी, उन्हां दा नाम सी टहलदास जी। संत टहलदास जी ने भंडारा किया, भंडारे वास्ते समान इकट्ठा किया, लंगर लाने सी, समागम होने सी। ये जिहड़े सुरजन दास जी सी, ये डाकू सी पहलां बहुत वड्डे। इन्हां नूं पता लग गया भी फलाने साध ने चंगा समान, दुध घ्यो खंड पैदा पैसा इकट्ठा किया भंडारे करने वास्ते, ते इन्हां ने रात जाके लुटना शुरू कर दिता। संतां नूं आवाज़ सुनी, संत टहलदास जी उठ पे, है महात्मा सी, तां कहण लगे भाई तुसीं कौन? कहंदे जी असीं चोर डाकू धाड़वी, की करदे पए आ जी? तुहाडा समान लुटदे पए आ। ते संत टहलदास जी हस के कहण लगे रब दी मौज है भी सवेरे असीं लुटाउणा सी लंगर ला के, तुसीं पहिलां ही आ गए लुटण रात। क्यों संत ते वो है जिन्हों हर जगह परमात्मा ही दिखदा है। ते फिर आप कहण लगे चंगा भाई तुहानूं चेता भुल गया होना, फलानी जगह फलानी शै पई वो भी लै जाओ, तुसीं भी लुटना असीं भी लुटाउणा। इस गल का असर बहुत पिया। जिहड़ा डाकुआं दा सरदार सी, जिहदा बाद च नां रखिया गया सुरजन दास, उदासी संप्रदा मुताबक, उत्ते इन्ना असर पिया भी उन्हें चरण फड़ ले संत टहलदास जी। संतां ने सोचिया भी ये हुण काबू आया वा, कदी किसे नूं दुख दिंदा, कदी किसे नूं दुख दिंदा है, इहनूं साध बनाईए। उन्हें निमरता नाल चरण फड़ लए ते माफ़ी मंगण लग पिया, महाराज गलती हो गई क्षमा कर दो। तां उदासियां दी जायदाद की हुंदी है? एक चिमटा ते लकड़ दा धुआं, धुआं चलदा रहिंदा लकड़ां दा। असली उदासी दी ते जायदाद इन्नी की हुंदी है। अजकल भी कहते आ जी फलाना बहुत त्यागी है, फलाना बहुत वरागी है। जिहड़ा त्यागी वरागी आ वो फिर डेरियां पिछे क्यों झगड़दा जे त्यागी वरागी है? त्यागी वरागी तो फिर भावें दरख्त थले बैठा रहे फिर ही असली त्यागी वरागी होगा, भावें जिथे मर्जी बैठा रहे। उदां त्यागी भी आ वरागी भी आ, पर झगड़ा भी करना, डेरा भी नहीं छड्डना, गुरुद्वारा भी नहीं छड्डना।
ਤਾਂ ਸੰਤਾਂ ਦੇ ਮਨ ਦੇ ਵਿੱਚ ਆਈ, ਕਦੀ ਕਿਸੇ ਨੂੰ ਦੁੱਖ ਦਿੰਦਾ, ਕਦੀ ਕਿਸੇ ਨੂੰ ਦੁੱਖ ਦਿੰਦਾ, ਇਹਦਾ ਭਲਾ ਕਰੀਏ। ਪਰ ਪਾਪ ਬੜੇ ਕੀਤੇ ਸੀ। ਸੰਤਾਂ ਦੀ ਆਪਣੇ ਸੁਭਾਅ ਹੁੰਦੇ ਨੇ, ਕਾਨੂੰਨ ਹੁੰਦੇ ਨੇ, ਉਹ ਆਪਦੇ ਹਿਸਾਬ ਨਾਲ ਸੁਧਾਰਦੇ ਆ। ਸੰਤ ਟਹਿਲਦਾਸ ਜੀ ਤੋਂ ਚਿਮਟਾ ਸੀ ਤੇ ਸੰਤਾਂ ਨੇ ਵੱਟ ਕੇ ਉਹਦੇ ਲੱਕ 'ਚ ਮਾਰਿਆ, ਪਿੱਠ 'ਚ ਮਾਰਿਆ, ਉਹਦੇ ਜ਼ਖਮ ਹੋ ਗਏ। ਉਹਨੇ ਫੇਰ ਚਰਨਾ ਛੱਡੇ। ਸੰਤਾਂ ਜਾਣ ਕੇ ਪਰਖ ਕੇ ਦੂਜੀ ਵਾਰੀ ਇੰਨੀ ਖਿੱਚ ਕੇ ਮਾਰਿਆ ਵੀ ਲਹੂ ਦੇ ਫੁਹਾਰੇ ਵਾਗੇ। ਸੰਤਾਂ ਨੇ ਮਨ 'ਚ ਸੋਚੀ ਕਿ ਚੱਲ ਦੇਖਦੇ ਕਿੱਡਾ ਕੁ ਮਰਦਾ। ਸੰਤ ਕਹਿੰਦੇ ਛੱਡ ਮੇਰੇ ਚਰਨ, ਤੂੰ ਦੁਸ਼ਟ ਆ, ਤੂੰ ਡਾਕੂ ਆ, ਤੂੰ ਚੋਰ ਆ, ਲਟੇਰਾ। ਉਹਨੇ ਫੇਰ ਨਾ ਛੱਡੇ। ਜਦੋਂ ਸੰਤਾਂ ਤੀਸਰੀ ਵਾਰੀ ਖਿੱਚ ਕੇ ਮਾਰਿਆ, ਸਾਰਾ ਸਰੀਰ ਲਹੂ ਲਹਾਨ ਹੋ ਗਿਆ ਤੇ ਸੰਤਾਂ ਨੇ ਉਠਾ ਕੇ ਛਾਤੀ ਨਾਲ ਲਾ ਲਿਆ। ਕਹਿੰਦੇ ਜਾ, ਮੈਂ ਤੇਰੇ ਪਿਛਲੇ 3 ਜਨਮਾਂ ਦੇ ਪਾਪ ਕੱਟੇ, ਅੱਜ ਤੋਂ ਸਾਧ ਹੋਇਆ। ਬਸ ਉਸ ਮਿਲਣੀ ਦੇ ਵਿੱਚ ਇਹੋ ਜਿਹਾ ਜੀਵਨ ਪਲਟਿਆ। ਫਿਰ ਉਹਨਾਂ ਉਹ ਡਾਕੂ ਦਾ ਨਾਂ ਰੱਖਿਆ ਸੁਰਜਣ ਦਾਸ, ਤੇ ਉਦਾਸੀ ਸੰਤ ਹੋਏ, ਬੜੇ ਵੱਡੇ ਸੰਤ ਸੁਰਜਣ ਦਾਸ ਜੀ। ਤੇ ਉਹ ਫਿਰ ਕਿਤੇ ਕਿਤੇ ਵਜਤ ਜਦੋਂ ਆਉਂਦੇ ਸੀ, ਕਿਤੇ ਸਿਮਰਨ ਕਰਦੇ, ਬਾਣੀ ਪੜ੍ਹਦੇ, ਸੁਖਮਨੀ ਸਾਹਿਬ ਦਾ ਜਾਪ ਕਰਦੇ, ਜਪਜੀ ਸਾਹਿਬ ਦਾ ਅਭਿਆਸ ਕਰਦੇ। ਤੇ ਕਿਤੇ ਕਿਤੇ ਜਦੋਂ ਉਹਨਾਂ ਨੇ ਫਿਰ ਕਵਿਤਾ ਲਿਖਣੀ, ਫਿਰ ਉਹਨਾਂ ਇੱਕ ਕਵਿਤਾ ਲਿਖੀ ਸੀ, ਯਾਰੀ ਯਾਰੀ ਸਭ ਕੋਈ ਆਖੇ, ਵਿਰਲਾ ਤੋੜ ਨਿਭਾਏ। ਰੱਬ ਨੂੰ ਮਿਲਣ ਨੂੰ ਤੇ ਸਾਰੇ ਤੜਫਦੇ ਨੇ, ਪਰ ਕੋਈ ਵਿਰਲਾ ਹੀ ਇਸ ਰਾਹ ਤੇ ਨਿਭੇਗਾ। ਲਾਵਣ ਸੌਖੀ ਤੇ ਚਾਵਣ ਭਾਰੀ, ਜਾਣੇ ਜੋ ਅਜ਼ਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ, ਸੋ ਯਾਰੀ ਫਲ ਪਾਏ। ਸੁਰਜਣ ਦਾਸ ਇਹ ਭਾਰੀ ਪਿਆਲਾ ਪੀ ਕੇ ਕੋਈ ਪਚਾਏ। ਤਾਂ ਐਸੇ ਕੌਣ ਹੈ? ਉਹ ਹੈ ਵਾਹਿਗੁਰੂ, ਜਿਹੜਾ ਸੋ ਸ੍ਰੇਸ਼ਟ ਬਨ ਬਣਾਉਣ ਦੇ ਵਿੱਚ ਚਤੁਰ ਹੈ। ਜੇ ਉਹ ਆਪਣੀ ਮੌਤ 'ਚ ਆ ਜੇ ਤੇ ਵੱਡੇ ਵੱਡੇ ਚੋਰਾਂ ਨੂੰ ਵੀ ਸਾਧ ਬਣਾ ਦਿੰਦਾ ਹੈ। ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ। ਕਾਗੋ ਹੰਸ ਕਰੇ। ਤਾਂ 10ਵੇਂ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਜੀ ਨੂੰ ਨਮਸਤੰ, ਮੇਰੀ ਨਮਸਕਾਰ ਹੈ। ਨਮੋ ਸਰਬ ਗਉਨੇ। ਨਮਸਕਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ, ਜਿਹਦੀ ਹਰ ਥਾਂ ਤੇ ਗੌਨੇ ਗਮਤਾ ਹੈ, ਪਹੁੰਚ ਹੈ ਹਰ ਥਾਂ ਤੇ, ਜਿੱਥੇ ਯਾਦ ਕਰੀਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਇੱਕ ਪੀਰ ਨੇ ਆਖਿਆ ਕਿ ਕੁਰਾਨ ਦੇ ਵਿੱਚ ਤੇ 7 ਪਤਾਲ 7 ਆਕਾਸ਼, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਪ੍ਰਸੰਗ ਲਿਖਿਆ ਹੈ। ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਫਿਰ ਕੀ ਹੋਇਆ? ਲੱਖ ਆਕਾਸ਼ ਪਤਾਲ ਲੱਖ, ਅੱਖ ਫਰਕ ਵਿੱਚ ਸਭ ਦਿਖਲਾਈ। ਤਾਂ ਉਸ ਵਾਹਿਗੁਰੂ ਦੀ ਹਰ ਥਾਂ ਤੇ ਗਮਤਾ ਹੈ। ਤਾਂ ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਉਹਨੂੰ ਨਮਸਕਾਰ ਹੈ। ਤੇ ਗੌਂ ਦਾ ਅਰਥ ਗੁਰਮੁਖੀ ਦੇ ਵਿੱਚ, ਪੰਜਾਬੀ ਦੇ ਵਿੱਚ ਕੀ ਹੁੰਦਾ ਹੈ? ਗੌਂ ਦਾ ਅਰਥ ਹੁੰਦਾ ਹੈ ਕਿ ਕੋਈ ਮਤਲਬ ਰੱਖਣਾ, ਕੋਈ ਲਾਲਚ ਰੱਖਣਾ, ਕੋਈ ਤਮਾ ਰੱਖਣਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਹਰ ਥਾਂ ਤੇ ਹੀ ਪਰਿਪੂਰਨ ਹੋ, ਹਰ ਵਸਤੂ ਦੇ ਵਿੱਚ, ਹਰ ਦੇਸ਼ ਵਿੱਚ, ਹਰ ਕਾਲ 'ਚ, ਸਭ ਕੁਝ ਤੇ ਆਪ ਦਾ ਹੀ ਹੈ। ਇਸ ਕਰਕੇ ਆਪ ਜੀ ਨੂੰ ਗौ ਨਾ, ਕਿਸੇ ਪ੍ਰਕਾਰ ਦੀ ਗੌ ਗਰਜ ਨਹੀਂ ਹੈ, ਤਮਾ ਨਹੀਂ ਹੈ, ਲੋਭ ਨਹੀਂ ਹੈ, ਲਾਲਚ ਨਹੀਂ ਹੈ, ਕਿਉਂਕਿ ਸਭ ਕੁਝ ਹੀ ਆਪ ਦਾ ਹੈ। ਆਪਾਂ ਪੜ੍ਹਦੇ ਵੀ ਹਾਂ ਵੀ ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਜਿਹਦੇ ਅੰਦਰ ਤਿਲ ਮਾਤਰ ਤਮਾ ਨਹੀਂ, ਲੋਭ ਨਹੀਂ, ਲਾਲਚ ਨਹੀਂ। ਜਾਂ ਫਿਰ ਨਮੋ ਸਰਬ ਗੌਨੇ, ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਨੂੰ ਸਾਰੇ ਹੀ ਗਾਉਂਦੇ ਹਨ, ਸਾਰੇ ਆਪ ਜੀ ਦਾ ਨਾਮ ਜਪਦੇ ਨੇ। ਗਾਵੇ ਹੈ ਤੁਹਾਨੂੰ ਪੌਣ ਪਾਣੀ ਪੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਹੈ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਤਾਂ ਸਾਰੇ ਹੀ ਆਪ ਜੀ ਦਾ ਜਸ ਗਾਉਂਦੇ ਹਨ, ਵਡਿਆਈ ਕਰਦੇ ਹਨ। ਐਸੇ ਵਾਹਿਗੁਰੂ ਜੀ ਨੂੰ, ਜਿਹਨੂੰ ਸਰਬ ਗਾਉਨੇ, ਸਾਰੇ ਹੀ ਗਾਉਂਦੇ ਨੇ, ਉਹਨੂੰ ਨਮਸਕਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਹਨ, ਨਮੋ ਸਰਬ ਭਉਨੇ। ਇਹ ਅਕਾਲ ਪੁਰਖ ਜੀ, ਤੂੰ ਸਾਰੇ ਹੀ ਭਉਨੇ, ਭੁਵਨਾਂ ਵਿੱਚ, ਭੁਵਨ ਮੈਨੇ ਲੋਕਾਂ ਦੇ ਵਿੱਚ ਵਿਖੇ ਵਿਆਪਕ ਹੈ, ਹਰ ਜਗ੍ਹਾ ਤੇ ਆਪ ਹੀ ਬੈਠੇ ਹੋਏ।
ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਜਾਂ ਫਿਰ ਨਮੋ ਸਰਬ ਭਾਉਨੇ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਹੀ ਸਾਰੇ ਭਵਨਾਂ ਦਾ ਆਸਰਾ ਰੂਪ ਹੋ, ਆਪ ਜੀ ਨੂੰ ਨਮਸਕਾਰ ਹੈ। ਆਪ ਜੀ ਭੁਵਨ ਲੋਕ ਰੂਪ ਹੋ, ਪੁੜ ਧਰਤੀ ਪੁਣ ਪਾੜੀ ਆਸਨ ਚਾਰ ਕੁੰਟ ਚੌਬਾਰਾ, ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ। ਐਸਾ ਸਰੂਪ ਹੈ ਆਪ ਜੀ ਦਾ, ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਰੰਗੇ, ਇਹ ਸੱਚੇ ਪਾਤਸ਼ਾਹ ਜੀ ਇਹ ਜਿੰਨੇ ਵੀ ਰੰਗ ਰੂਪ ਹਨ ਇਹ ਆਪ ਜੀ ਦੇ ਹੀ ਹਨ ਸਾਰੇ, ਆਪ ਜੀ ਨੂੰ ਨਮਸਕਾਰ ਹੈ। ਜਾਂ ਰੰਗ ਕਹਿੰਦੇ ਆਨੰਦ ਨੂੰ, ਜੋ ਵੀ ਸੰਸਾਰ ਦੇ ਵਿੱਚ ਆਨੰਦ ਹੈ, ਬ੍ਰਹਮਾਨੰਦ, ਯੋਗਾਨੰਦ, ਭਜਨਾਨੰਦ, ਤੇ ਜਿਹਨੂੰ ਸੰਤ ਮਹਾਤਮਾ ਬਹੁਤ ਮਾੜਾ ਮੰਨਦੇ ਹਨ, ਕਨਿਸ਼ਟ ਕਹਿ ਲਓ ਸਭ ਤੋਂ, ਉਹ ਕੀ ਵਿਸ਼ਿਆਨੰਦ, ਇਹ ਵੀ ਸੱਚੇ ਪਾਤਸ਼ਾਹ ਤੇਰੀ ਹੀ ਇਹਦੇ ਵਿੱਚ ਅੰਸ਼ ਹੈ। ਕਿਉਂਕਿ ਜਦੋਂ ਕੋਈ ਵਸਤੂ ਦੀ ਪ੍ਰਾਪਤੀ ਹੁੰਦੀ ਹੈ, ਮਨ ਟਿਕ ਜਾਂਦਾ ਕੁਝ ਵਾਸਤੇ, ਸੁਰਤੀ ਬਿਰਤੀ ਇਕਾਗਰ ਸੰਤੋਖ ਦੇ ਵਿੱਚ ਆਉਂਦੀ ਹੈ, ਤਾਂ ਟਿਕਾ ਦੇ ਵਿੱਚ ਆਨੰਦ ਮਹਿਸੂਸ ਹੁੰਦਾ, ਆਨੰਦ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਾਰੇ ਰੰਗ ਹੀ ਸੱਚੇ ਪਾਤਸ਼ਾਹ ਤੇਰੇ ਹਨ। ਨਮੋ ਸਰਬ ਭੰਗੇ, ਭੰਗਣਾ ਕਹਿੰਦੇ ਹੈ ਨਾਸ ਕਰਨ ਨੂੰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਜੀ, ਆਪ ਜੀ ਜਿੰਨਾ ਵੀ ਪ੍ਰਪੰਚ ਬਣਿਆ ਹੋਇਆ ਹੈ ਇਹਨੂੰ ਭੰਗ ਨਾਸ ਕਰਨ ਵਾਲੇ ਹੋ, ਆਪ ਜੀ ਨੂੰ ਨਮਸਕਾਰ ਹੈ। ਨਮੋ ਕਾਲ ਕਾਲੇ, ਕਾਲ ਕਹਿੰਦੇ ਨੇ ਮੌਤ ਨੂੰ, ਮ੍ਰਿਤਿਉ ਨੂੰ, ਕਾਲ ਕਹਿੰਦੇ ਨੇ ਸਮੇਂ ਨੂੰ, ਕਾਲ ਕਹਿੰਦੇ ਨੇ ਯਮਰਾਜ ਨੂੰ, ਕਾਲ ਕਹਿੰਦੇ ਨੇ ਜਦੋਂ ਰੋਟੀ ਨਾ ਲੱਭੇ ਕਿਸੇ ਨੂੰ, ਦੁਰਭਿੱਖ ਨੂੰ। ਤਾਂ ਕਾਲ ਸ਼ਬਦ ਦੇ ਕਈ ਅਰਥ ਮੰਨੇ ਨੇ, ਤੇ ਜੇ ਕੋਸ਼ਾਂ ਦੇ ਮੁਤਾਬਕ ਇਹਦੇ ਅਰਥ ਕੀਤੇ ਜਾਣ ਤਾਂ ਹੋਰ ਵੀ 17-18 ਅਰਥ ਬਣ ਜਾਂਦੇ ਹਨ। ਤਾਂ ਨਮੋ ਕਾਲ ਕਾਲੇ, ਜਿਹੜਾ ਕਾਲ ਹੈ, ਮ੍ਰਿਤਿਉ ਹੈ, ਮੌਤ ਹੈ, ਉਹਨੂੰ ਵੀ ਕਾਲ ਖਤਮ ਕਰ ਦੇਣ ਵਾਲਾ ਉਹ ਕੌਣ ਹੈ? ਮਹਾਕਾਲ ਵਾਹਿਗੁਰੂ ਪਰਮੇਸ਼ਰ। ਉਹਨੂੰ ਨਮੋ ਨਮਸਕਾਰ ਹੈ, ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਜਾਂ ਕਾਲ ਕਹਿੰਦੇ ਸਮੇਂ ਨੂੰ। ਇਹ ਸੱਚੇ ਪਾਤਸ਼ਾਹ ਜੀ, ਤੁਸੀਂ ਤਿੰਨਾਂ ਹੀ ਕਾਲਾਂ ਵਿੱਚ, ਤਿੰਨਾਂ ਹੀ ਸਮਿਆਂ ਵਿੱਚ ਅਕਾਲ ਸਰੂਪ ਹੋ, ਆਪ ਜੀ ਨੂੰ ਮੇਰੀ ਨਮਸਕਾਰ ਹੈ। ਕਿਉਂ ਮਹਾਰਾਜ ਜੀ ਲਿਖਦੇ ਆ, ਕਾਲ ਹੀ ਪਾਏ ਸੁਰ ਗੰਧਰਵ ਜਸ਼ ਭੁਜੰਗ ਦਿਸ਼ਾ ਵਿਦਸਾ ਹੈ, ਔਰ ਸੋ ਕਾਲ ਸਭੇ ਵਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ। ਨਮਸਤਸਤ ਦਿਆਲੇ, ਇਹ ਸੱਚੇ ਪਾਤਸ਼ਾਹ ਆਪ ਦਿਆਲੇ, ਦਇਆ ਦਾ ਘਰ ਹੋ, ਦਇਆ ਦਾ ਸਰੂਪ ਹੋ। ਦਇਆ ਕਰਕੇ ਆਪ ਜੀ ਦੀ ਪ੍ਰਾਪਤੀ ਛੇਤੀ ਹੁੰਦੀ ਹੈ। ਜਾਂ ਆਪ ਜੀ ਦੇ ਸਰੂਪ ਦੇ ਵਿੱਚ ਹੀ ਦਇਆ ਹੈ, ਦਇਆ ਤੇ ਪ੍ਰਸੰਨ ਹੁੰਦੇ ਹੋ। ਤਾਂ ਦਇਆ ਦੇ ਘਰ ਹੋ, ਦਇਆ ਕਰਨ ਵਾਲੇ ਹੋ, ਤਰਸ ਕਰਨ ਵਾਲੇ ਹੋ। ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡ ਸਭ ਗੁਣ ਮੇਰਾ। ਤਾਂ ਐਸਾ ਦਇਆ ਦਾ ਸਰੂਪ ਹੈ। ਇਸ ਕਰਕੇ ਨਮਸਤਸਤ, ਨਮਸ ਤਾ ਅਸਤ, ਤਾਂ ਆਪ ਜੀ ਨੂੰ ਨਮਸਕਾਰ ਅਸਤ ਹੈ, ਕਿਉਂਕਿ ਆਪ ਜੀ ਦਇਆ ਦੇ ਸਰੂਪ ਹੋ, ਤਰਸ ਕਰਨ ਵਾਲੇ ਹੋ। ਨਮਸਤੰ ਅਬਰਨੇ, ਆਪ ਜੀ ਵਰਨਾ ਤੋਂ ਬਾਹਰ ਹੋ। ਵਰਨ ਜਿਹੜੇ ਦੇਹ ਅਧਿਆਸ ਦੇ ਮੰਨੇ ਜਾਂਦੇ, ਸਰੀਰ ਦੇ ਮੰਨੇ ਜਾਂਦੇ ਨੇ, ਵਰਨ ਆਸ਼ਰਮ, ਇਹਨਾਂ ਵਿੱਚ ਨਹੀਂ ਆਉਣ ਵਾਲੇ, ਇਹਨਾਂ ਤੋਂ ਰਹਿਤ ਹੋ। ਇਸ ਕਰਕੇ ਆਪ ਜੀ ਨੂੰ ਨਮਸਤੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਮਸਕਾਰ ਹੈ। ਇਹ ਸੱਚੇ ਪਾਤਸ਼ਾਹ ਆਪ ਜੀ ਨਹਿ ਵਰਨ ਵਰਨ ਨਹਿ ਕੁਲਹਿ ਕੁਲ ਨਾਨਕ ਪ੍ਰਭ ਕਿਰਪਾਲ ਤੂੰ। ਆਪ ਜੀ ਵਰਨਾ ਆਸ਼ਰਮਾਂ ਦੇ ਰਹਿਤ ਦੇ ਵਿੱਚ ਨਹੀਂ ਆਉਂਦੇ, ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਮਰਨੇ, ਇਹ ਸੱਚੇ ਪਾਤਸ਼ਾਹ ਗਰੀਬ ਨਵਾਜ, ਜਿਵੇਂ ਸੰਸਾਰੀ ਜੀਵਾਂ ਦਾ ਜਨਮ ਹੁੰਦਾ ਹੈ, ਉਹਨਾਂ ਦੀ ਮੌਤ ਵੀ ਹੁੰਦੀ ਹੈ, ਮਰਨਾ ਵੀ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਨ ਕਿਨਾ। ਸਭ ਕੋਈ ਆਈ ਵਾਰੀਐ, ਬਾਰੇ ਬੂਢੇ ਤਰਨੇ ਭਈਆ, ਸਭ ਹੂ ਜੰਮ ਲੈ ਜਈ ਹੈ ਰੇ। ਮਾਨਸ ਬਪੁਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ।
ਜਾਂ ਫਿਰ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਨੇ, ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਤਾਂ ਮੌਤ ਰੂਪੀ ਜਿਹੜਾ ਧਰਮ ਮੰਨਿਆ ਗਿਆ ਸਰੀਰ ਦਾ, ਇਹ ਆਪ ਜੀ ਉੱਤੇ ਲਾਗੂ ਨਹੀਂ ਹੁੰਦਾ ਹੈ। ਸਰੀਰ ਦੇ ਜਿੰਨੇ ਧਰਮ ਨੇ ਉਹ ਆਪ ਜੀ ਤੇ ਲਾਗੂ ਨਹੀਂ ਹੁੰਦੇ ਨਿਰਗੁਣ ਸਰੂਪ ਦੇ ਵਿੱਚ। ਇਸ ਕਰਕੇ ਆਪ ਜੀ ਮਰਨ ਤੋਂ ਮੌਤ ਰੂਪੀ ਧਰਮ ਆਦਿਕ ਜਿੰਨੇ ਮੰਨੇ ਨੇ, ਇਹਨਾਂ ਤੋਂ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਜਰਾਰੰ। ਚੇਤਾ ਆ ਗਿਆ ਨਮਸਤੰ ਅਮਰਨੇ। ਕਈ ਸਿਆਣੇ ਸੱਜਣ ਕਹਿੰਦੇ ਆ ਵੀ ਇੱਕ ਸਵਾਲ ਦਾ ਜਵਾਬ ਦਿਓ ਵੀ ਮੌਤ ਜਿਹੜੀ ਹੁੰਦੀ ਹੈ ਉਹ ਰੱਬ ਦੀ ਮਰਜ਼ੀ ਨਾਲ ਹੁੰਦੀ ਕਿ ਬੰਦੇ ਦੀ ਗਲਤੀ ਨਾਲ ਹੁੰਦੀ ਹੈ। ਇਹ ਬੜਾ ਸਵਾਲ ਅੱਜ ਕੱਲ੍ਹ ਕਈ ਸੱਜਣ ਪੁੱਛਦੇ ਨੇ, ਤੇ ਉਹ ਦਲੀਲ ਬੜੀ ਸੋਹਣੀ ਦਿੰਦੇ ਆ। ਉਹਨਾਂ ਦੀ ਦਲੀਲ ਦੇ ਵਿੱਚ ਬਲ ਵੀ ਹੁੰਦਾ ਹੈ ਵੀ ਜਿਹੜੀ ਮੌਤ ਹੁੰਦੀ ਹੈ ਇਹ ਬੰਦੇ ਦੀ ਗਲਤੀ ਕਰਕੇ ਹੁੰਦੀ ਕਿ ਰੱਬ ਦੀ ਮਰਜ਼ੀ ਨਾਲ ਹੁੰਦੀ। ਉਹ ਦਲੀਲ ਦੇਣਗੇ ਜੀ ਸਾਹਮਣੇ, ਜਿੱਦਾਂ ਬਿਜਲੀ ਦੀਆਂ ਤਾਰਾਂ ਸੀ ਨੰਗੀਆਂ ਤੇ ਮੈਂ ਜਾ ਕੇ ਹੱਥ ਪਾ ਲਾਂ, ਤਾਂ ਫਿਰ ਜਿਹੜੀ ਮੌਤ ਹੋਈ ਉਹ ਮੇਰੀ ਗਲਤੀ ਨਾਲ ਹੋਈ ਕਿ ਰੱਬ ਦੀ ਮਰਜ਼ੀ ਨਾਲ ਹੋਈ। ਤਾਂ ਇਹ ਤਾਂ ਦਲੀਲ ਵੀ ਚੰਗੀ ਵਜਨਦਾਰ ਦਿੰਦੇ ਆ। ਤਾਂ ਇੱਦਾਂ ਦਲੀਲ ਤੋਂ ਤੇ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੀ ਹੋਈ ਹੈ। ਪਰ ਗੁਰਬਾਣੀ ਕੀ ਕਹਿੰਦੀ ਹੈ? ਜੇ ਇੱਥੇ ਕੋਈ ਸਵਾਲ ਕੀਤਾ ਜਾਵੇ ਮੁੜਵਾ ਵੀ ਤੇਰੀ ਮੱਤ ਕਿਹਨੇ ਮਾਰੀ ਸੀ ਵੀ ਜਾ ਕੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ, ਉਹ ਕੌਣ ਆ? ਫਿਰ ਸੁਖੀ ਸਾਂਦੀ ਤੇ ਕਿਸੇ ਦਾ ਜੀ ਨਹੀਂ ਕਰਦਾ ਵੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾਵਾਂ। ਇਹ ਦਲੀਲ ਤਾਂ ਤੁਹਾਡੀ ਠੀਕ ਹੈ ਵੀ ਇੱਦਾਂ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੋਈ ਆ, ਰੱਬ ਦੀ ਮਰਜ਼ੀ ਨਾਲ ਨਹੀਂ। ਮੰਨ ਲਓ ਜ਼ਹਿਰ ਪਿਆ ਵਾ ਤੇ ਸੁਖੀ ਸ਼ਾਂਤੀ ਜਿਹਦਾ ਦਿਮਾਗ ਚੰਗਾ ਹੋਵੇ, ਸਿਆਣਾ ਹੋਵੇ, ਸ਼ਾਂਤ ਹੋਵੇ, ਕਿਹਦਾ ਜੀ ਕਰਦਾ ਵੀ ਜ਼ਹਿਰ ਪੀ ਲੈ ਜਾ ਕੇ? ਤਾਂ ਉਹ ਕਿਹੜੀ ਸ਼ਕਤੀ ਆ ਜਿਹੜੀ ਇਸ ਸਮੇਂ ਮੱਤ ਨੂੰ ਖਤਮ ਕਰ ਦਿੰਦੀ ਤੇ ਕਹਿੰਦੀ ਪੀ ਜ਼ਹਿਰ? ਸੁਖੀ ਸ਼ਾਂਤੀ ਕਿਹਦਾ ਜੀ ਕਰਦਾ ਵੀ ਰੇਲ ਦੀ ਪਟੜੀ ਦੇ ਅੱਗੇ ਜਾ ਕੇ ਲੰਮਾ ਪਵੇ? ਉਹ ਕਿਹੜੇ ਕਰਮਾਂ ਦਾ ਫਲ ਆ? ਉਹ ਕਿਹੜੀ ਤਾਕਤ ਆ ਜਿਹੜੀ ਕਹਿੰਦੀ ਆ ਵੀ ਪੈ ਹੁਣ ਪਟੜੀ ਤੇ ਲੰਮਾ, ਤੇਰਾ ਸਮਾਂ ਆ ਗਿਆ? ਤਾਂ ਜੇ ਬਹੁਤੀ ਡੂੰਘੀ ਵਿਚਾਰ ਕੀਤੀ ਜਾਵੇ ਤਾਂ ਇਹ ਗੱਲ ਸੱਚੇ ਪਾਤਸ਼ਾਹ ਦੀ ਹੀ ਮੰਨਣੀ ਪਵੇਗੀ ਕਿ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ। ਹਣ ਘਾਲੇ ਸਭ ਦਿਵਸ ਸਾਸ, ਨੈ ਬਟਨ ਘਟਨ ਤਿਲ ਸਾਰ, ਜੀਵਨ ਲੋ ਰਹਿ ਭਰਮੋ ਨਾਨਕ ਤੇਉ ਗਵਾਰ। ਤਾਂ ਇਸ ਤਰ੍ਹਾਂ ਮੌਤ ਰੂਪੀ ਧਰਮ ਜਿਹੜਾ ਹੈ ਸਾਰੇ ਸਰੀਰਾਂ ਤੇ ਲਾਗੂ ਹੁੰਦਾ ਹੈ, ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਜੀ ਨੂੰ ਛੱਡ ਕੇ। ਐਸੇ ਵਾਹਿਗੁਰੂ ਨੂੰ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ। ਨਮਸਤੰ ਜਰਾਰੰ। ਜਰ ਆਰੰਗ, ਜਰ ਹੈ ਬੁਢੇਪਾ ਆਦਿਕ ਸਰੀਰ ਦੇ ਧਰਮ। ਆਰੰਗ ਕਹਿ ਦਿੰਦੇ ਵੈਰੀ ਨੂੰ। ਉਹ ਵਾਹਿਗੁਰੂ ਪਰਮੇਸ਼ਰ ਬੁਢੇਪੇ ਦਾ ਵੈਰੀ ਹੈ, ਬੁਢੇਪੇ ਨੂੰ ਖਤਮ ਕਰਨ ਵਾਲਾ ਹੈ। ਉਹ ਕਮਜ਼ੋਰੀਆਂ ਜਿਹੜੀਆਂ ਹੁੰਦੀਆਂ ਨੇ ਬੁਢੇਪੇ ਆਦਿਕ ਅਵਸਥਾ ਦਾ, ਜਿੰਨੀਆਂ ਵੀ ਕਮਜ਼ੋਰੀਆਂ ਉਹਦਾ ਵੈਰੀ ਹੈ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਧੰਨ ਬਾਬਾ ਦੀਪ ਸਿੰਘ ਜੀ, ਕਿੱਡੀ ਵੱਡੀ ਕਮਾਈ ਹੋਵੇਗੀ ਉਹਨਾਂ ਦੀ, ਜਿਹੜੀ ਕਹਿਣ ਕਥਨ ਤੋਂ ਬਾਹਰ ਹੈ, ਵਿਖਿਆਨ ਤੋਂ ਬਾਹਰ ਹੈ। ਜਾਂ ਫਿਰ ਭਾਸ਼ਾ ਦੇ ਵਿੱਚ ਇੱਕ ਨਿਯਮ ਵਰਤਿਆ ਜਾਂਦਾ ਵੀ ਰਾਰਾ ਤੇ ਲੱਲਾ ਇਹ ਵਰਗੀ ਅੱਖਰ ਆ। ਰਾਰੇ ਦੀ ਜਗ੍ਹਾ ਅਰਥ ਕਰਨ ਲੱਗਿਆ ਕਈ ਵਾਰੀ ਲੱਲੇ ਦਾ ਵੀ ਅਤਿਆਹਾਰ ਕਰ ਲੈਂਦੇ ਵਿਦਵਾਨ, ਤੇ ਲੱਲੇ ਦਾ ਕਈ ਵਾਰੀ ਅਰਥ ਕਰਨ ਲੱਗਿਆ ਰਾਰੇ ਦਾ ਵੀ ਕਰ ਲੈਂਦੇ। ਇਹ ਦੋਵੇਂ ਵਰਗੀ ਅੱਖਰ ਮੰਨੇ ਗਏ, ਰਾਰਾ ਤੇ ਲੱਲਾ, ਭਾਸ਼ਾ ਦੇ ਵਿੱਚ। ਤਾਂ ਇਸ ਮੁਤਾਬਕ ਜੇ ਰਾਰੇ ਦੀ ਜਗ੍ਹਾ ਵਰਗੀ ਅੱਖਰ ਅਨੁਸਾਰ ਲੱਲਾ ਲਿਆਈਏ, ਅਤਿਆਹਾਰ ਕਰੀਏ, ਵਿੱਚ ਲਾਉਣਾ ਨਹੀਂ ਕਿਸੇ ਗੁਰਮੁਖ ਨੇ, ਅਰਥ ਕਰਨ ਲੱਗਿਆਂ ਦੀਆਂ ਗੱਲਾਂ ਨੇ, ਤਾਂ ਫਿਰ ਕੀ ਬਣ ਜਾਂਦਾ? ਜਾਲ ਆਦਿਕ। ਇਹ ਅਕਾਲ ਪੁਰਖ ਜੀ, ਆਪ ਜੀ ਜਾਲ ਆਦਿਕ ਸਾਰੇ ਤੱਤਾਂ ਦੇ ਅਰੀ ਹੋ, ਭਾਵ ਇਹਨਾਂ ਨੂੰ ਸਾਰਿਆਂ ਨੂੰ ਹੀ ਲੈ ਕਰ ਦਿੰਦੇ ਹੋ, ਖਤਮ ਕਰ ਦਿੰਦੇ ਹੋ। ਆਪ ਦੇ ਵਿੱਚ, ਆਪ ਜੀ ਦੇ ਵਿੱਚ ਇਹ ਸਾਰੇ ਹੀ ਸਮਾ ਜਾਂਦੇ ਹਨ। ਜਾਂ ਫਿਰ ਅਰੰਗ ਵੈਰੀਆਂ ਨੂੰ ਜਰਾ ਜਲਾਵਣੇ ਵਾਲੇ ਹੋ।
ਤਾਂ ਜਿਤ ਨੂੰ ਵੇਖ ਕੇ ਦੁਸ਼ਮਣ ਜਰਦਾ ਰਵੇ, ਸੜਦਾ ਰਵੇ, ਬਲਦਾ ਰਵੇ। ਜਿਵੇਂ 10ਵੇਂ ਪਾਤਸ਼ਾਹ ਦੀ ਚੜ੍ਹਤ ਵੇਖ ਕੇ ਖੋਟੇ ਲੋਕ ਸੜਦੇ ਰਹਿੰਦੇ ਸਨ, ਤਾਂ ਆਪ ਆਪਣੇ ਵੈਰੀਆਂ ਨੂੰ ਸੜਾਉਣ ਵਾਲੇ ਹੋ, ਜਲਾਵਣੇ ਵਾਲੇ ਹੋ। ਸੰਤ ਦੋਖੀ ਜਿੰਨੇ ਨੇ ਪਰਮੇਸ਼ਰ ਉਹਨਾਂ ਨੂੰ ਸਾੜਦਾ ਹੈ। ਜੇ ਮਾਰਨੇ ਪੈਣ ਮਾਰਦਾ ਵੀ ਹੈ। ਰਾਵਣ ਸੇ ਬਹਿ ਰਾਵਣ ਸੇ ਘਟ ਕਾਨੋ ਸੇ ਪਲ, ਬੀਜ ਪਿਛਾਰੇ ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ। ਜੇ ਜੇ ਹੁਤੇ ਅਗਟੇ ਬਿਕਟੇ ਸੋ ਕੱਟੇ ਕਰ ਕਾਲ ਕਿਰਪਾਨ ਕੇ ਮਾਰੇ। ਤਾਂ ਜਿੰਨੇ ਵੀ ਸੰਤਾਂ ਦੇ ਵੈਰੀ ਨੇ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣਾ ਵੈਰੀ ਮੰਨਦਾ ਹੈ, ਉਹਨਾਂ ਨੂੰ ਫਿਰ ਸਾੜਦਾ ਹੈ, ਜਲਾਉਂਦਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮੇਰੀ ਨਮਸਕਾਰ ਹੈ। ਨਮਸਤੰ ਕ੍ਰਿਤਾਰੰ। ਹੇ ਅਕਾਲ ਪੁਰਖ ਜੀ, ਜੋ ਕ੍ਰਿਤ ਕੀਤਾ ਹੋਇਆ ਪ੍ਰਪੰਚ ਹੈ, ਸੰਸਾਰ ਹੈ, ਇਹਨੂੰ ਤੁਸੀਂ ਇਹਦੇ ਅਰੰਗ ਵੈਰੀ ਹੋ, ਖਤਮ ਕਰਨ ਵਾਲੇ ਹੋ। ਭਾਵ ਸੰਸਾਰ ਆਪ ਹੀ ਪੈਦਾ ਕਰਦੇ ਹੋ, ਪਾਲਦੇ ਹੋ, ਤੇ ਫਿਰ ਇੱਕ ਦਿਨ ਉਹਨੂੰ ਖਤਮ ਕਰਦੇ ਹੋ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਜਾਂ ਫਿਰ ਨਮਸਤੰ ਕ੍ਰਿਤਾਰੰ। ਇਹ ਵਾਹਿਗੁਰੂ ਸੱਚੇ ਪਾਤਸ਼ਾਹ, ਤੁਸੀਂ ਕੁਕਰਮਾਂ ਨੂੰ ਕ੍ਰਿਤਾਰੰ ਕੱਟਣ ਵਾਲੇ ਹੋ। ਅਗੌ ਡੰਡਨ ਦੁਸ਼ਟ ਖੰਡਨ ਕਾਲ ਹੁੰਕੇ ਕਾਲ, ਦੁਸ਼ਟ ਹਰਣੰ ਪੁਸ਼ਟ ਕਰਨੰ ਸਰਬ ਕੈ ਪ੍ਰਤਪਾਲ। ਵਕਾਰਾਂ ਨੂੰ ਖਤਮ ਕਰ ਦਿੰਦੇ ਹੋ। ਇਸ ਕਰਕੇ ਆਪ ਜੀ ਨੂੰ ਹੇ ਸੱਚੇ ਪਾਤਸ਼ਾਹ ਜੀ ਨਮਸਕਾਰ ਹੈ। ਜਾਂ ਕ੍ਰਿਤਾਰੰ। ਹੇ ਅਕਾਲ ਪੁਰਖ ਜੀ, ਤੁਸੀਂ ਆਪਣੇ ਹੀ ਕ੍ਰੀ ਹੱਥਾਂ ਵਿੱਚ ਸਭਨਾਂ ਦੀ ਪ੍ਰੇਰਨਾ ਰੂਪ ਤਾਰ ਫੜੀ ਬੈਠੇ। ਭਾਵ ਕਿ ਰੋਟੀ ਰੋਜ਼ੀ ਦੇਣੀ, ਇਹ ਜਿਹੜੀ ਤਾਰ ਹੈ ਪਰਾਰਬਧ ਰੂਪੀ, ਇਹ ਆਪ ਜੀ ਦੇ ਹੱਥਾਂ ਵਿੱਚ ਫੜੀ ਹੋਈ ਹੈ। ਸਭਨਾਂ ਦੀ ਪ੍ਰੇਰਨਾ ਵੀ ਆਪ ਹੀ ਕਰਨ ਵਾਲੇ ਪ੍ਰੇਰਕ ਹੋ। ਇਸ ਲਈ ਜੋ ਚਾਹੁੰਦੇ ਹੋ, ਜੋ ਕਰਮਾਂ ਦਾ ਫਲ ਦੇਣਾ ਚਾਹੁੰਦੇ ਹੋ, ਉਸ ਤਰ੍ਹਾਂ ਹਿਰਦੇ ਵਿੱਚ ਪ੍ਰੇਰਨਾ ਕਰਦੇ ਹੋ ਤੇ ਜੀਵ ਉਸ ਤਰ੍ਹਾਂ ਚੱਲਦਾ ਹੈ। ਕਾਠ ਕੀ ਪੁੱਤਰੀ, ਜਿਵੇਂ ਸਤਿਗੁਰੂ ਲਿਖਦੇ, ਕਹਾਂ ਕਰੇ ਬਪੁਰੀ ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੇ ਬਾਜ਼ੀਗਰ, ਉਹ ਤੈਸੋ ਹੀ ਸਾ ਜਾਣੈ। ਜਿਹੜੇ ਸੰਤ ਸਾਧੂ ਲੋਕ ਨੇ, ਉਹਨਾਂ ਦੀ ਦ੍ਰਿਸ਼ਟੀ ਇੱਦਾਂ ਦੀ ਬਣ ਜਾਂਦੀ ਹੈ ਕਿ ਸਭ ਨੂੰ ਪ੍ਰੇਰਨਾ ਕਰਨ ਵਾਲਾ, ਸਭ ਨੂੰ ਚਲਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਇਹ ਪਾਵਨ ਪਵਿੱਤਰ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਦਾ ਕੁਝ ਯਤਨ ਕੀਤਾ ਸੀ। ਤਾਂ ਇਸ ਤੋਂ ਅੱਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ, 2 ਪੰਕਤੀਆਂ ਰਹਿੰਦੀਆਂ ਨੇ 24 ਪੌੜੀਆਂ ਪੂਰੀਆਂ ਹੋਣ 'ਚ। ਅੱਗੇ ਮਹਾਰਾਜ ਫਰਮਾਉਂਦੇ ਹਨ, ਨਮੋ ਸਰਬ ਧੰਦੇ। ਇਹ ਸੱਚੇ ਪਾਤਸ਼ਾਹ ਆਪ ਹੀ ਸਾਰਿਆਂ ਨੂੰ ਧੰਦਿਆਂ ਵਿੱਚ ਲਾਉਣ ਵਾਲੇ ਹੋ, ਵਿਹਾਰ ਦੇ ਵਿੱਚ ਲਾਉਣ ਵਾਲੇ ਹੋ, ਕਿਰਤ ਦੇ ਉੱਤੇ ਜ਼ੋਰ ਦਿੰਦੇ ਹੋ। ਕਿਉਂਕਿ ਕਿਰਤ ਕਰਨ ਵਾਲੇ ਦਾ ਮਨ ਇਕਾਗਰ ਛੇਤੀ ਹੁੰਦਾ ਹੈ। ਉਹਦਾ ਕਿਰਤ ਕਮਾਈ ਕਰਕੇ ਮਨ ਸ਼ੁੱਧ ਹੋਇਆ ਹੁੰਦਾ। ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਜਿਹੜਾ ਗੁਰਮੁਖ ਗੁਰਸਿੱਖ ਹੈ। ਤਾਂ ਇਹ ਸੱਚੇ ਪਾਤਸ਼ਾਹ ਆਪ ਹੀ ਕਿਰਤ ਵਿੱਚ ਜੋੜਨ ਵਾਲੇ ਹੋ, ਕਿਰਤ ਸਰੂਪ ਹੋ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮੋਸਤ ਅਬੰਦੇ। ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਬੰਧਨ ਤੋਂ ਮੁਕਤ ਹੋ। ਕਿਸੇ ਪ੍ਰਕਾਰ ਵੀ ਆਪ ਜੀ ਬੰਧਨ ਦੇ ਵਿੱਚ ਨਹੀਂ ਆਉਣ ਵਾਲੇ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਤੇ ਜੇ 7 ਸ਼ਬਦ ਨਾਲੋਂ ਵੱਖਰਾ ਕੀਤਾ ਜਾਵੇ, ਨਮਸਕਾਰ ਹੈ ਵਾਹਿਗੁਰੂ ਜੀ ਨੂੰ, ਜਿਹੜਾ ਸਤ ਸਰੂਪ ਹੈ ਤੇ ਬੰਧਨਾਂ ਤੋਂ ਰਹਿਤ ਜੀ ਦਾ ਸਰੂਪ ਹੈ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ 10ਵੇਂ ਪਾਤਸ਼ਾਹ ਕਹਿੰਦੇ, ਮੇਰੀ ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਨਮਸਤੰ ਜਰਾਰੰ। ਨਮਸਤੰ ਕ੍ਰਿਤਾਰੰ। ਨਮੋ ਸਰਬ ਧੰਦੇ। ਨਮੋਸਤ ਅਬੰਦੇ। ਵਾਹਿਗੁਰੂ ਜੀ ਕਾ